ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਪੰਜਾਬ ਮੇਲ USA TV ਵਿੱਚ। ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ NRI ਇਸ਼ੂ। ਅੱਜ ਅਸੀਂ ਗੱਲਬਾਤ ਕਰਾਂਗੇ ਜ਼ਮੀਨ ਜਾਇਦਾਦ ਦੇ ਸੰਬੰਧੀ ਕਾਨੂੰਨ, ਕਿਉਂਕਿ ਸਾਡੇ ਕਈ ਸਾਡੇ ਭਾਰਤ ਵਿੱਚ ਰਹਿਣ ਵਾਲੇ ਜਦੋਂ ਭਾਰਤ ਨੂੰ ਛੱਡ ਕੇ ਫੋਰਨ ਕੰਟਰੀ ਦੇ ਵਿੱਚ ਸੈਟਲ ਹੁੰਦੇ ਨੇ ਤਾਂ ਉਹਨਾਂ ਦੀਆਂ ਜ਼ਮੀਨ ਜਾਇਦਾਦ ਇੱਥੇ ਹੀ ਹੁੰਦੀਆਂ ਨੇ ਅਤੇ ਉਸ ਸੰਬੰਧੀ ਕਈ ਵਾਰੀ ਉਲਝਣਾਂ ਪੈ ਜਾਂਦੀਆਂ ਨੇ ਅਤੇ ਅਕਸਰ ਵੇਖਿਆ ਜਾਂਦਾ ਹੈ ਕਿ ਕੋਰਟ ਕਚਹਿਰੀਆਂ ਥਾਣਿਆਂ ਦੇ ਵਿੱਚ ਗੱਲਾਂ ਪਹੁੰਚ ਜਾਂਦੀਆਂ ਨੇ ਅਤੇ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਜਦੋਂ ਲੋਕ ਬਾਹਰਲੀ ਕੰਟਰੀ ਦੇ ਵਿੱਚ ਹੁੰਦੇ ਨੇ ਅਤੇ ਗੱਲ ਹੁੰਦੀ ਹੈ, ਸਵਾਲ ਮਨ ਵਿੱਚ ਇਹ ਹੁੰਦਾ ਹੈ ਕਿ ਅਸੀਂ ਭਾਰਤ ਦੇ ਵਿੱਚ ਆਪਣੇ ਕੇਸ ਨੂੰ ਕਿਸ ਤਰ੍ਹਾਂ ਕਾਰਵਾਈ ਕਰਨੀ ਹੈ, ਆਪਣੀ ਜ਼ਮੀਨ ਜਾਇਦਾਦ ਦੀ ਕਿੱਦਾਂ ਰੱਖ ਰਖਾਅ ਕਰਨਾ ਹੈ। ਇਸ ਸਾਰੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਪ੍ਰੋਗਰਾਮ NRI ਇਸ਼ੂ ਦੇ ਵਿੱਚ। ਅਤੇ ਅੱਜ ਮੇਰੇ ਨਾਲ ਇਸ ਵਿਚਾਰ ਚਰਚਾ ਦੇ ਉੱਤੇ ਸ਼ਾਮਲ ਹੋਣ ਲਈ ਪਹੁੰਚੇ ਨੇ ਉਚੇਚੇ ਤੌਰ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਸ਼੍ਰੀ ਵਿਕਾਸ ਅਰੋੜਾ ਜੀ। ਬਹੁਤ ਸਵਾਗਤ ਕਰਦੇ ਹਾਂ। ਮਿਹਰਬਾਨੀ, ਬਹੁਤ ਧੰਨਵਾਦ ਜੀ। ਸਰ, ਅੱਜ ਦਾ ਸਾਡਾ ਜਿਸ ਤਰ੍ਹਾਂ ਵਿਸ਼ਾ ਹੈ ਵੀ ਜਾਇਦਾਦ ਸੰਬੰਧੀ ਕਾਨੂੰਨ, ਉਹ ਜਾਇਦਾਦਾਂ ਜੋ ਉਹਨਾਂ ਵੀਰ ਭਰਾਵਾਂ ਨੂੰ ਬਿਲੋਂਗ ਕਰਦੀਆਂ ਨੇ ਜਾਂ ਉਹਨਾਂ ਦੀ ਮਾਲਕੀ ਦੇ ਥੱਲੇ ਆਉਂਦੀਆਂ ਨੇ ਜਿਹੜੇ ਭਾਰਤ ਨੂੰ ਛੱਡ ਕੇ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਕੰਮਕਾਰ ਲਈ ਗਏ ਨੇ ਜਾਂ ਆਪਣੀ ਫੈਮਲੀਜ਼ ਦੇ ਕੋਲ ਗਏ ਨੇ ਜਾਂ ਉੱਥੋਂ ਦੇ ਪੱਕੇ ਵਸਨੀਕ ਨੇ ਜੀ। ਸਭ ਤੋਂ ਪਹਿਲਾਂ ਇਹੀ ਸਵਾਲ ਆਉਂਦਾ ਹੈ ਮਨ ਵਿੱਚ ਕਿ ਜ਼ਮੀਨ ਜਾਇਦਾਦ ਦੇ ਰੱਖ ਰਖਾਅ ਸੰਬੰਧੀ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਭਾਰਤ ਪੰਜਾਬ ਨੂੰ ਛੱਡ ਕੇ ਬਾਹਰਲੀ ਕੰਟਰੀਜ਼ ਦੇ ਵਿੱਚ ਜਾਂਦੇ ਹਾਂ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਅੱਜ ਕੱਲ੍ਹ ਦੇਖ ਰਹੇ ਹੋਗੇ ਭਾਰਤ ਦੇ ਬਹੁਤ ਨੌਜਵਾਨ, ਬਹੁਤ ਜਨਤਾ ਬਾਹਰ ਜਾਣਾ ਚਾਹੁੰਦੀ ਹੈ, ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੀ ਹੈ। ਜਦੋਂ ਬਾਹਰ ਜਾਂਦੇ ਹਾਂ ਤਾਂ ਉਹਨਾਂ ਨੂੰ ਸਭ ਤੋਂ ਪਹਿਲਾ ਡਰ ਇਸੇ ਚੀਜ਼ ਦਾ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ, ਕੋਈ ਜ਼ਮੀਨ ਇਸ ਇੰਡੀਆ ਵਿੱਚ ਹੈ ਜਾਂ ਕਿਸੇ ਦੇਸ਼ ਦੇ ਕਿਸੇ ਵੀ ਸਟੇਟ ਵਿੱਚ ਹੈ ਤਾਂ ਉਹਦੇ ਰੱਖ ਰਖਾਵ ਦੀ ਫਿਕਰ ਹਮੇਸ਼ਾ ਬਣੀ ਰਹਿੰਦੀ ਹੈ। ਬਿਲਕੁਲ। ਮੈਂ ਇਹਨਾਂ ਦੇ ਬਾਬਤ ਇੱਕ ਸਲਾਹ ਦੇਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇੱਥੇ ਜ਼ਮੀਨ ਹੈ ਜਿਹਦੀ ਰੱਖ ਰਖਾਵ ਜ਼ਰੂਰੀ ਹੈ, ਤਾਂ ਜਾਣ ਤੋਂ ਪਹਿਲੇ ਤੁਸੀਂ ਆਪਣੇ ਕਿਸੇ ਇੱਕ ਭਾਈ ਬੰਧੂ, ਕਿਸੇ ਜਾਣਕਾਰ ਨੂੰ ਜਾਂ ਕਿਸੇ ਭਰੋਸੇਮੰਦ ਵਿਅਕਤੀ ਨੂੰ ਆਪਣੀ ਉਸ ਪ੍ਰਾਪਰਟੀ ਦੀ ਇੱਕ ਪਾਵਰ ਆਫ ਅਟਰਨੀ ਦੇ ਕੇ ਜਾ ਸਕਦੇ ਹੋ ਜੀ, ਜਿਹਦੇ ਵਿੱਚ ਤੁਸੀਂ ਉਹਨੂੰ ਇੱਕ ਰਾਈਟ ਦੇ ਸਕਦੇ ਹੋ ਕਿ ਉਹ ਇਸ ਪ੍ਰਾਪਰਟੀ ਦੀ ਦੇਖ ਰੇਖ ਕਰੇ, ਰੱਖ ਰਖਾਵ ਕਰੇ, ਉਹਨੂੰ ਅਗਰ ਕਿਤੇ ਕਿਰਾਏ ਭਾੜੇ 'ਤੇ ਕਿਤੇ ਦਿੱਤਾ ਹੋਇਆ ਉਹਦਾ ਕਿਰਾਇਆ ਵਸੂਲ ਕਰੇ ਜਾਂ ਉਹਨੂੰ ਫਰਦਰ ਕੁਛ ਇੱਕ ਲਿਮਿਟਿਡ ਰਾਈਟ ਜਿਹਨੂੰ ਅਸੀਂ ਕਹਿੰਦੇ ਹਾਂ, ਤੁਸੀਂ ਉਹਨੂੰ ਇੱਕ ਲਿਮਿਟਿਡ ਰਾਈਟ ਦੇ ਸਕਦੇ ਹੋ ਜਿਹੜਾ ਤੁਹਾਡੀ ਉਸ ਪ੍ਰਾਪਰਟੀ ਦੀ ਦੇਖ ਰੇਖ ਵਾਸਤੇ ਜ਼ਰੂਰੀ ਹੋਵੇ। ਉਹ ਅਟੋਰਨੀ ਦੇ ਕੇ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਡੀ ਉਹ ਪ੍ਰਾਪਰਟੀ ਸੇਫ ਰਹਿੰਦੀ ਹੈ, ਇੱਕ ਜ਼ਿੰਮੇਵਾਰ ਭਰੋਸੇਵਾਰ ਬੰਦੇ ਦੇ ਹੱਥ 'ਚ ਰਹਿੰਦੀ ਹੈ ਜਿਹਦੇ ਨਾਲ ਉਸ ਬੰਦੇ ਦੀ ਫਿਕਰ ਖਤਮ ਹੋ ਜਾਂਦੀ ਹੈ ਜੀ। ਪਾਵਰ ਆਫ ਅਟਾਰਨੀ ਦੀ ਤੁਸੀਂ ਗੱਲ ਕੀਤੀ ਹੋ, ਇਹ ਜਿਹੜਾ ਮੁਖਤਾਰਨਾਮਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਇਹ ਮੁਖਤਾਰਨਾਮਾ ਜਾਂ ਪਾਵਰ ਆਫ ਅਟਾਰਨੀ ਕਿੰਨੀਆਂ ਤਰ੍ਹਾਂ ਦੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਇਹ ਰਾਈਟ ਸਾਡੇ ਲਿਮਿਟ ਕਰਦੀ ਹੈ? ਦੇਖੋ, ਪਾਵਰ ਆਫ ਅਟਰਨੀ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਜਨਰਲ ਪਾਵਰ ਆਫ ਅਟਰਨੀ ਅਤੇ ਸਪੈਸ਼ਲ ਪਾਵਰ ਆਫ ਅਟਰਨੀ ਜੀ, ਜਿਹਨੂੰ ਅਸੀਂ ਆਮ ਮੁਖਤਿਆਰਨਾਮਾ ਅਤੇ ਖਾਸ ਮੁਖਤਿਆਰਨਾਮਾ ਕਿਹਾ ਜਾਂਦਾ ਹੈ। ਜਿਹੜਾ ਖਾਸ ਮੁਖਤਿਆਰਨਾਮਾ ਹੁੰਦਾ ਸਪੈਸ਼ਲ ਪਾਵਰ ਆਫ ਅਟਰਨੀ, ਉਹਦੇ ਵਿੱਚ ਅਸੀਂ ਆਪਣੇ ਕਿਸੇ ਭਰੋਸੇਮੰਦ ਬੰਦੇ ਨੂੰ ਜਦੋਂ ਦਿੰਦੇ ਹਾਂ ਉਹਦੇ ਵਿੱਚ ਅਸੀਂ ਇੱਕ ਸਪੈਸੀਫਿਕ ਰਾਈਟ ਦਿੰਦੇ ਹਾਂ, ਇੱਕ ਸਪੈਸੀਫਿਕ ਪਰਪਸ ਵਾਸਤੇ ਦਿੱਤੀ ਜਾਂਦੀ ਹੈ। ਅੱਛਾ ਜੀ। ਕਿ ਜਿਸ ਤਰ੍ਹਾਂ ਅਸੀਂ ਕੋਈ ਪ੍ਰਾਪਰਟੀ ਕਿਰਾਏ 'ਤੇ ਦਿੱਤੀ ਹੋਈ ਹੈ ਅਤੇ ਉਹਨੂੰ ਰਾਈਟ ਦੇਤਾ ਵੀ ਇਹ ਕਿਰਾਏਦਾਰਾਂ ਨਾਲ ਡੀਲ ਕਰੇਗਾ, ਉਹਦੇ ਕੋਲ ਕਿਰਾਇਆ ਲਏਗਾ, ਅਗਰ ਇੱਥੇ ਕੋਈ ਮਾੜੀ ਮੋਟੀ ਮੁਰੰਮਤ ਦੀ ਲੋੜ ਹੈ ਤਾਂ ਉਹ ਇਸ ਕੰਮ ਨੂੰ ਕਰੇਗਾ। ਇੱਕ ਸਪੈਸੀਫਿਕ ਪਰਪਸ ਵਾਸਤੇ ਦਿੱਤੀ ਜਾਂਦੀ ਹੈ। ਉਹਦੇ ਵਿੱਚ ਉਹਨੂੰ ਕੋਈ ਸੇਲ ਦਾ ਰਾਈਟ, ਉਹਨੂੰ ਅੱਗੇ ਕਿਸੇ ਵੇਚਣ ਦਾ ਕਿਸੇ ਦਾ ਇਸ ਤਰ੍ਹਾਂ ਰਾਈਟ ਨਹੀਂ ਦਿੰਦੇ ਜੀ। ਜਿਹੜਾ ਦੂਸਰਾ ਹੈ ਜਨਰਲ ਪਾਵਰ ਆਫ ਅਟਰਨੀ ਜੀ, ਉਹਦੇ ਵਿੱਚ ਮਲਟੀਪਲ ਰਾਈਟਸ ਦਿੱਤੇ ਜਾਂਦੇ ਨੇ ਕਿ ਇਹ ਬੈਂਕ ਤੋਂ ਲੋਨ ਵਾਸਤੇ ਵੀ ਗਹਿਣੇ ਪਾ ਸਕਦਾ ਹੈ, ਇਹ ਵੇਚਣਾ ਚਾਹਵੇ ਅੱਗੇ ਵੇਚ ਵੀ ਸਕਦਾ ਹੈ, ਜਾਂ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਰਾਈਟ ਜਿਹਦੇ ਨਾਲ ਸਾਨੂੰ ਲੱਗਦਾ ਕਿ ਸਾਡੀ ਪ੍ਰਾਪਰਟੀ ਅੱਗੇ ਮੋਰਟਗੇਜ ਹੋ ਰਹੀ ਹੈ, ਕਿਰਾਏ 'ਤੇ ਦੇ ਰਹੇ ਹਾਂ। ਜਿੱਦਾਂ ਅੱਜ ਕੱਲ੍ਹ ਪੰਜਾਬ ਵਿੱਚ ਐਗਰੀਕਲਚਰ ਲੈਂਡ ਪੱਟੇ 'ਤੇ ਦੇ ਦਿੱਤੀ ਜਾਂਦੀ ਹੈ, ਉਹ ਪੱਟਾ ਰੀਨਿਊ ਹੁੰਦਾ ਹੈ ਸਾਲ ਬਾਅਦ, 2 ਸਾਲ ਬਾਅਦ। ਸੋ ਉਹਦੇ ਵਿੱਚ ਮਲਟੀਪਲ ਰਾਈਟਸ ਦੇ ਕੇ ਜਨਰਲ ਪਾਵਰ ਆਫ ਅਟਰਨੀ ਦਿੱਤੀ ਜਾਂਦੀ ਹੈ ਜੀ, ਜਿਹਦੇ ਨਾਲ ਉਹ ਸਾਡੀ ਦੇਖਭਾਲ ਕਰਦੇ ਆ, ਪ੍ਰਾਪਰਟੀ ਦੇਖ ਰੇਖ 'ਚ ਰਹਿੰਦੀ ਹੈ ਜੀ। ਦੋਸਤੋ, ਪਾਵਰ ਆਫ ਅਟਾਰਨੀ ਦੀ ਗੱਲਬਾਤ ਚੱਲ ਰਹੀ ਹੈ ਅੱਜ ਦੇ ਇਸ ਪ੍ਰੋਗਰਾਮ NRI ਇਸ਼ੂ ਦੇ ਵਿੱਚ। ਇਹ ਹਲਕੀ ਫੁਲਕੀ ਅਸੀਂ ਜ਼ਮੀਨ ਜਾਇਦਾਦ ਦੇ ਸੰਬੰਧੀ ਜੋ ਕਾਨੂੰਨ ਸੀ ਉਸ ਬਾਬਤ ਗੱਲਬਾਤ ਕਰ ਰਹੇ ਸੀ। ਪਾਵਰ ਆਫ ਅਟਾਰਨੀ ਦਾ ਸ਼੍ਰੀ ਵਿਕਾਸ ਅਰੋੜਾ ਜੀ ਨੇ ਜ਼ਿਕਰ ਕੀਤਾ ਹੈ। ਤਾਂ ਪਾਵਰ ਆਫ ਅਟਾਰਨੀ, ਜਿਸ ਤਰ੍ਹਾਂ ਤੁਸੀਂ ਜਨਰਲ ਪਾਵਰ ਆਫ ਅਟਾਰਨੀ ਕਹਿ ਰਹੇ ਹੋ ਜਾਂ ਸਪੈਸ਼ਲ ਪਾਵਰ ਆਫ ਅਟਾਰਨੀ ਕਹਿ ਰਹੇ ਹੋ, ਤਾਂ ਇਸ ਨੂੰ ਕਿਸ ਤਰ੍ਹਾਂ ਰਜਿਸਟਰ ਕਰਾ ਸਕਦੇ ਹਾਂ? ਦੇਖੋ, ਪਾਵਰ ਆਫ ਅਟਾਰਨੀ ਰਜਿਸਟਰ ਕਰਵਾਉਣ ਵਾਸਤੇ ਬੇਸਿਕਲੀ ਜਦੋਂ ਅਸੀਂ ਉਸ ਨੂੰ ਡਰਾਫਟ ਕਰ ਲੈਂਦੇ ਹਾਂ ਆਪਣੇ ਇੱਕ ਪਲੇਨ ਪੇਪਰ 'ਤੇ, ਜਾਂ ਜੋ ਵੀ ਗਵਰਨਮੈਂਟ ਸਟੈਂਪ ਡਿਊਟੀ ਹੈ ਉਹ ਪੇ ਕਰਨ ਤੋਂ ਬਾਅਦ ਉਹਨੂੰ ਡਰਾਫਟਿੰਗ ਕਰਦੇ ਹਾਂ। ਡਰਾਫਟਿੰਗ ਤੋਂ ਬਾਅਦ ਉਹਦੇ ਵਿੱਚ ਪਹਿਲੀ ਗੱਲ ਤਾਂ ਉਹਦੇ ਵਿੱਚ 2 ਗਵਾਹ ਹੋਣੇ ਬਹੁਤ ਜ਼ਰੂਰੀ ਹੈ। ਅੱਛਾ ਜੀ। ਉਹ ਦੋਹਾਂ ਗਵਾਹਾਂ ਦਾ ਨਾਮ ਪਤਾ ਔਰ ਉਹਨਾਂ ਦਾ ਐਡਰੈਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਜਿਸ ਬੰਦੇ ਦੇ ਨਾਮ 'ਤੇ ਅਸੀਂ ਇਹ ਪਾਵਰ ਆਫ ਅਟਰਨੀ ਬਣਾ ਰਹੇ ਹਾਂ ਉਹਦਾ ਨਾਮ ਪਤਾ ਐਡਰੈਸ ਹੋਣਾ ਜ਼ਰੂਰੀ ਹੈ। ਤੀਸਰੀ ਚੀਜ਼, ਉਹਦੇ ਵਿੱਚ ਜਿਹੜੇ ਪ੍ਰਾਪਰਟੀ ਨੂੰ ਲੈ ਕੇ ਜਿਹੜੇ ਰਾਈਟਸ ਅਸੀਂ ਦਿੱਤੇ ਆ ਉਹ ਸਪੈਸੀਫਿਕਲੀ ਮੈਂਸ਼ਨ ਹੋਣੇ ਜ਼ਰੂਰੀ ਹੈ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਆਪਣੇ ਏਰੀਏ ਦੇ ਰਜਿਸਟਰਾਰ ਆਫਿਸ ਵਿੱਚ ਜਾ ਕੇ ਉਹਨੂੰ ਰਜਿਸਟਰ ਕਰਾ ਸਕਦੇ ਹਾਂ। ਸੈਕਸ਼ਨ 27 ਹੈਗਾ ਜੀ
ਰਜਿਸਟ੍ਰੇਸ਼ਨ ਐਕਟ 1908 ਦਾ, ਅੱਛਾ ਜੀ, ਜਿਹਦੇ ਵਿੱਚ ਸਪੈਸੀਫਿਕਲੀ ਦੱਸਿਆ ਗਿਆ ਕਿ ਤੁਹਾਡੇ ਏਰੀਆ ਦਾ ਜਿਹੜਾ ਰਜਿਸਟਰਾਰ ਆਫਿਸ ਹੋਏਗਾ ਜੀ, ਉੱਥੇ ਤੁਸੀਂ ਆਪਣੀ ਪਾਵਰ ਆਫ ਅਟਾਰਨੀ ਰਜਿਸਟਰ ਕਰਾ ਸਕਦੇ ਹੋ ਜਾ ਕੇ। ਅੱਛਾ ਜੀ। ਤੇ ਪਾਵਰ ਆਫ ਅਟਾਰਨੀ ਰਜਿਸਟਰ ਕਰਾਉਣ ਲਈ ਤੁਸੀਂ ਸਾਰਾ ਪ੍ਰੋਸੈਸ ਦੱਸਿਆ, ਜੀ, ਪਰ ਆਮ ਦੇਖਣ ਨੂੰ ਮਿਲਦਾ ਹੈ ਕਿ ਲੋਕ ਕਚਹਿਰੀਆਂ ਦੇ ਵਿੱਚ ਜਾਂਦੇ ਨੇ ਤੇ ਹੱਥਾਂ ਦੇ ਵਿੱਚ ਦਸਤਾਵੇਜ਼ ਫੜੇ ਹੁੰਦੇ ਨੇ ਤੇ ਉਹ ਕਹਿ ਰਹਿੰਦੇ ਨੇ ਕਿ ਵਸੀਕਾ ਵੀ ਕਰਾ ਦੇਗਾ, ਵਕੀਲ ਵੀ ਕਰਾ ਦੇਗਾ। ਇਹ ਕੋਈ ਸਮਝ ਨਹੀਂ ਆਉਂਦੀ, ਵਕੀਲ ਸਾਹਿਬ ਕਰਾ ਸਕਦੇ ਨੇ, ਵਸੀਕਾ ਕਰਾਏਗਾ, ਜਾਂ ਕੋਈ ਵੀ ਆਮ ਬੰਦਾ ਵੀ ਸਿੱਧਾ ਰਜਿਸਟਰਾਰ ਕੋਲ ਪਹੁੰਚ ਕਰਕੇ ਰਜਿਸਟਰ ਕਰਾ ਸਕਦਾ ਹੈ? ਦੇਖੋ ਤੁਸੀਂ ਠੀਕ ਕਹਿ ਰਹੇ ਹੋ, ਅੱਜ ਕੱਲ੍ਹ ਲੋਕ ਇਹਨਾਂ ਚੀਜ਼ਾਂ ਬਹੁਤ ਭਟਕ ਜਾਂਦੇ ਨੇ। ਲੋਕੀ ਦੇਖਦੇ ਆ ਵਸੀਕੇ ਜਾਂ ਕੋਈ ਵੀ ਐਸੋ ਤਰ੍ਹਾਂ ਦੇ ਏਜੰਟ ਟਾਈਪ ਲੋਕ ਕਈ ਰਜਿਸਟਰ ਆਫਿਸ ਤਹਿਸੀਲਾਂ ਵਿੱਚ ਘੁੰਮ ਰਹੇ ਹੁੰਦੇ ਨੇ, ਜਿਹੜੇ ਦੇਖਦੇ ਹੈ ਅਗਰ ਕੋਈ NRI ਆਇਆ ਹੈ ਤਾਂ ਉਸ ਤੋਂ ਵੱਧ ਤੋਂ ਵੱਧ ਪੈਸੇ ਹੜਪਣ ਦੀ ਕੋਸ਼ਿਸ਼ ਕਰਦੇ ਹੈ ਜੀ। ਸੋ ਮੈਂ ਤਾਂ ਇਹੀ ਸਲਾਹ ਦੇਵਾਂਗਾ ਜੀ, ਇੱਕ ਪ੍ਰੋਫੈਸ਼ਨਲ ਕੋਲੋਂ, ਇੱਕ ਐਡਵੋਕੇਟ ਕੋਲੋਂ ਜਾਂ ਉਸ ਪਰਸਨ ਕੋਲੋਂ ਜਿਹਨੂੰ ਇਸ ਚੀਜ਼ ਦੀ ਸਪੈਸੀਫਿਕਲੀ ਨੌਲੇਜ ਹੈ, ਜੀ ਜੀ, ਉਹਦੇ ਰਾਹੀਂ ਜਾ ਕੇ ਤੁਸੀਂ ਰਜਿਸਟਰ ਕਰਾਓ। ਅਗਰ ਤੁਹਾਨੂੰ ਖੁਦ ਨੂੰ ਇਸ ਚੀਜ਼ ਦੀ ਨੌਲੇਜ ਹੈ ਤਾਂ ਤੁਸੀਂ ਖੁਦ ਵੀ ਉੱਥੇ ਜਾ ਕੇ ਰਜਿਸਟਰ ਕਰਾ ਸਕਦੇ ਹੋ। ਜੀ ਜੀ ਜੀ, ਇਹਦੇ ਵਿੱਚ ਕੋਈ ਰੋਕ ਨਹੀਂ ਹੈ ਕਿ ਤੁਸੀਂ ਕਿਸੇ ਦੇ ਥਰੂ ਹੀ ਜਾ ਕੇ ਆਪਣੀ ਅਟਾਰਨੀ ਰਜਿਸਟਰ ਕਰਾਓਗੇ। ਜੀ। ਤੇ ਸਾਡਾ ਅੱਜ ਦਾ ਵਿਸ਼ਾ ਹੈ ਜਿਸ ਤਰ੍ਹਾਂ ਕਿ ਪ੍ਰੋਪਰਟੀ ਸੰਬੰਧੀ ਕਾਨੂੰਨ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਖਾਸ ਕਰਕੇ ਉਹ ਪ੍ਰੋਪਰਟੀ ਜੋ ਸਾਡੇ NRI ਵੀਰ ਭੈਣਾਂ ਜਾਂ NRI ਲੋਕਾਂ ਦੇ ਨਾਲ ਸੰਬੰਧਿਤ ਹੈ ਨਾ। ਜੀ ਜੀ। ਤੇ NRI ਲੋਕ ਵੀ ਭਾਰਤ ਦੇ ਵਿੱਚ ਜਦੋਂ ਆਉਂਦੇ ਨੇ ਜਾਂ ਜਦੋਂ ਉਹਨਾਂ ਨੇ ਜਾਣਾ ਹੁੰਦਾ ਹੈ ਜੀ, ਤਾਂ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਕਿ ਅਸੀਂ ਇਨਵੈਸਟਮੈਂਟ ਕਰੀਏ ਜਾਂ ਨਾ ਕਰੀਏ, ਪ੍ਰੋਪਰਟੀ ਲੈਣੀ ਹੈ ਤਾਂ ਕਿੱਦਾਂ ਦੀ ਲੈਣੀ ਹੈ, ਪ੍ਰੋਪਰਟੀ ਲਈ ਕਿਸ ਬੰਦੇ ਨੂੰ ਮਿਲਣਾ ਹੈ, ਉਸ ਦੀ ਵੈਰੀਫਿਕੇਸ਼ਨ ਕਿੱਦਾਂ ਕਰਾਉਣੀ ਹੈ। ਕਈ ਤਰ੍ਹਾਂ ਦੇ ਮਨ ਵਿੱਚ ਸਵਾਲੀਆ ਜਵਾਬ ਹੁੰਦੇ ਨੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਖਾਸ ਕਰਕੇ NRIs ਲਈ ਜਿਨ੍ਹਾਂ ਨੇ ਬਾਹਰ ਜਾਣਾ ਹੈ ਜਾਂ ਜਿਹੜੇ ਬਾਹਰੋਂ ਸਾਡੇ ਦੇਸ਼ ਵਿੱਚ ਆਏ ਨੇ? ਜੀ ਬਿਲਕੁਲ। ਦੇਖੋ NRI ਕਿਸੇ ਵੀ ਇੰਡੀਆ ਦੀ ਪ੍ਰੋਪਰਟੀ ਨੂੰ ਖਰੀਦ ਸਕਦਾ ਹੈ। ਬੇਸਿਕਲੀ ਅੱਜ ਕੱਲ੍ਹ ਪੰਜਾਬ 'ਚ ਬਹੁਤ ਟ੍ਰੈਂਡ ਹੋ ਚੁੱਕਾ ਹੈ, NRI ਬਹੁਤ ਆ ਰਿਹਾ ਜਾਂ ਇੱਥੋਂ ਜਾਂਦੇ ਜਿਹੜੇ ਬਾਅਦ 'ਚੋਂ ਕੁਝ ਸਾਲਾਂ ਬਾਅਦ ਪੱਕੇ ਹੋ ਕੇ ਵਾਪਸ ਆਉਂਦੇ ਆ ਜੀ, ਤਾਂ ਉਹਨਾਂ ਦੇ ਮਨ 'ਚ ਹੁੰਦਾ ਅਸੀਂ ਜਿਹੜਾ ਪੈਸਾ ਕਮਾਇਆ ਕੁਝ ਚੰਗੇ ਪਾਸੇ ਇਨਵੈਸਟ ਕਰ ਦਈਏ, ਕੋਈ ਪ੍ਰੋਪਰਟੀ ਲੈ ਕੇ ਆਉਣ ਵਾਲੇ ਸਮਝ ਜਿਹੜੇ ਕੰਮ ਹੋਏ। ਦੇਖੋ ਪਹਿਲੇ ਤਾਂ ਪੰਜਾਬ ਦੇ ਅਕੋਰਡਿੰਗਲੀ ਮੈਂ ਜੇ ਦੱਸਾਂ ਤਾਂ ਤੁਹਾਨੂੰ NRI ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਲੈਂਡ ਨੂੰ ਖਰੀਦ ਸਕਦਾ ਹੈ। ਅੱਛਾ ਜੀ। ਬਟ ਕੋਈ ਵੀ ਐਗਰੀਕਲਚਰ ਲੈਂਡ ਜਾਂ ਪਲਾਂਟੇਸ਼ਨ ਲੈਂਡ ਦੀ ਉਹਦੇ ਵਿੱਚ ਕੁਛ ਇੱਕ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਪੂਰਾ ਕਰਨਾ ਪੈਂਦਾ। NRI ਡਾਇਰੈਕਟ ਐਸੀ ਲੈਂਡ ਨਹੀਂ ਪਰਚੇਸ ਕਰ ਸਕਦਾ। ਅੱਛਾ ਜੀ। ਸੋ ਫਸਟ ਆਫ ਆਲ ਤਾਂ ਮੈਂ ਪ੍ਰੈਫਰ ਇਹੀ ਕਰਾਂਗਾ ਇਨਵੈਸਟਮੈਂਟ ਪਰਪਸ ਲਈ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਲੈਂਡ ਹੀ ਬਾਈ ਕਰਨੀ ਚਾਹੀਦੀ ਹੈ। ਜੀ ਜੀ ਜੀ। ਦੂਸਰੀ ਚੀਜ਼ ਆ ਜਾਂਦੀ ਹੈ ਕਿ ਜੈਨੂਇਨਨੈਸ, ਕਿ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਰਹੇ ਹਾਂ ਜਾਂ ਜਿਸ ਪਰਸਨ ਕੋਲੋਂ ਖਰੀਦ ਰਹੇ ਹਾਂ ਕਿ ਉਹ ਉਸ ਪ੍ਰਾਪਰਟੀ ਦਾ ਅਸਲ ਵਿੱਚ ਮਾਲਕ ਹੈ, ਕਿ ਉਹ ਜਿਹੜੀ ਡਾਕੂਮੈਂਟ ਦੇ ਬੇਸ ਤੇ ਆਪਾਂ ਨੂੰ ਕਹਿ ਰਿਹਾ ਕਿ ਮੈਂ ਇਸ ਚੀਜ਼ ਦਾ ਓਨਰ ਹਾਂ ਔਰ ਉਸ ਬੇਸ ਤੇ ਸਾਨੂੰ ਉਹ ਪ੍ਰਾਪਰਟੀ ਵੇਚ ਰਿਹਾ, ਕਿ ਉਹ ਡਾਕੂਮੈਂਟ ਜੈਨੂਇਨ ਹੈ ਜਾਂ ਜੈਨੂਇਨਲੀ ਰਜਿਸਟਰਡ ਹੈ। ਜੀ ਜੀ। ਉਹਦੇ ਵਾਸਤੇ ਸਭ ਤੋਂ ਪਹਿਲੇ ਤਾਂ ਸਾਨੂੰ ਜਿਸ ਬੇਸ ਤੇ ਉਹ ਓਨਰ ਬਣਿਆ, ਜਿਹੜੀ ਟਾਈਟਲ ਡੀਡ ਹੈ ਅਗਰ ਉਸ ਕੋਲ, ਉਸ ਨੂੰ ਰਜਿਸਟਰਾਰ ਆਫਿਸ ਜਾ ਕੇ ਵੈਰੀਫਾਈ ਕਰਵਾਉਣਾ ਚਾਹੀਦਾ ਹੈ ਜੀ ਕਿ ਇਹ ਰਜਿਸਟਰੀ ਜਾਂ ਕੋਈ ਵੀ ਸੇਲ ਡੀਡ ਹੈ ਇਹ ਇਹਦੇ ਨਾਮ ਤੇ ਰਜਿਸਟਰਡ ਹੈ। ਰਜਿਸਟਰਾਰ ਆਫਿਸ ਦਾ ਇੰਡੈਕਸ ਰਜਿਸਟਰ ਹੁੰਦਾ ਇੱਕ, ਜਿਹਦੇ ਵਿੱਚ ਉਸ ਸੇਲ ਡੀਡ ਨੂੰ, ਉਸ ਡਾਕੂਮੈਂਟ ਨੂੰ ਰਜਿਸਟਰ ਦੀ ਇੱਕ ਪ੍ਰੋਪਰ ਐਂਟਰੀ ਹੁੰਦੀ ਹੈ। ਅੱਛਾ ਜੀ। ਉਸ ਐਂਟਰੀ ਤੋਂ ਉਹਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ। ਦੂਸਰਾ ਆ ਜਾਂਦਾ ਰੈਵਨਿਊ ਰਿਕਾਰਡ। ਅੱਛਾ ਜੀ। ਮੋਸਟਲੀ ਦੇਖਿਆ ਹੋਏਗਾ ਇੰਡੀਆ ਵਿੱਚ ਹਰ ਲੈਂਡ ਦਾ ਕੋਈ ਨਾ ਕੋਈ ਰੈਵਨਿਊ ਰਿਕਾਰਡ ਹੁੰਦਾ ਹੈ, ਖਾਸ ਕਰ ਪੰਜਾਬ ਦੀਆਂ ਪ੍ਰਾਪਰਟੀਆਂ ਦਾ ਵੀ ਗੱਲ ਕਰਾਂ ਤਾਂ ਰੈਵਨਿਊ ਰਿਕਾਰਡ ਵਿੱਚ ਜਾ ਕੇ ਤੁਸੀਂ ਪਟਵਾਰੀ ਜਿਹਨੂੰ ਅਸੀਂ ਕਹਿੰਦੇ ਹਾਂ ਰੈਵਨਿਊ ਆਫਿਸਰ, ਉਹਦੇ ਕੋਲ ਜਾ ਕੇ ਉਸ ਟਾਈਟਲ ਡੀਡ ਦੇ ਵਿੱਚ ਜਿਸ ਪ੍ਰਾਪਰਟੀ ਦਾ ਜ਼ਿਕਰ ਹੈ, ਜਿਸ ਪ੍ਰਾਪਰਟੀ ਨੂੰ ਉਹ ਬੰਦਾ ਸਾਨੂੰ ਵੇਚਣਾ ਚਾਹੁੰਦਾ ਹੈ, ਉਸ ਪ੍ਰਾਪਰਟੀ ਦਾ ਰਕਬਾ, ਉਹਦੀ ਓਨਰਸ਼ਿਪ ਨੂੰ ਉੱਥੋਂ ਕਨਫਰਮ ਕੀਤਾ ਜਾ ਸਕਦਾ ਹੈ। ਅੱਛਾ ਜੀ। ਉਹ ਕਨਫਰਮੇਸ਼ਨ ਹੋਣ ਤੋਂ ਬਾਅਦ ਹੀ ਪ੍ਰਾਪਰਟੀ ਲੈਣੀ ਬਣਦੀ ਹੈ ਔਰ ਉਹ ਪ੍ਰਾਪਰਟੀ ਲੈ ਕੇ ਬੰਦਾ ਇੱਕ ਸੇਫ ਇਨਵੈਸਟਮੈਂਟ ਕਰ ਸਕਦਾ ਹੈ ਜੀ। ਤੇ ਜਿਸ ਤਰ੍ਹਾਂ ਅੱਜ ਕੱਲ੍ਹ ਦੇਖਣ 'ਚ ਆਉਂਦਾ ਹੈ ਕਿ ਲੋਕਾਂ ਦੇ ਨਾਲ ਧੋਖਾਧੜੀ ਖਾਸ ਕਰਕੇ ਪ੍ਰਾਪਰਟੀ ਦੇ ਮਾਮਲੇ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ ਜੀ ਜੀ। ਤੇ ਕੀ ਕਰਦੇ ਨੇ ਕਿ ਲੋਕ ਦੇਖਦੇ ਨੇ ਕਿ NRI ਆਇਆ ਹੈ, ਇਸਨੇ ਪੈਸੇ ਖਰਚਣੇ ਨੇ, ਉਸ ਕੋਲੋਂ ਬਿਆਨਾ ਲਿਖਾ ਲਿਆ ਜਾਂਦਾ ਹੈ। ਬਾਅਦ ਵਿੱਚ ਕੀ ਹੋ ਜਾਂਦਾ ਹੈ ਵੀ 2-4 ਮਹੀਨੇ ਦੀ ਆਪਾਂ ਤਰੀਕ ਲੈ ਲੈਂਦੇ ਹਾਂ ਤੇ ਬਾਅਦ ਵਿੱਚ ਉਹ ਬਿਆਨੇ ਤੋਂ ਮੁੱਕਰ ਜਾਂਦੇ ਨੇ ਜਾਂ ਰਜਿਸਟਰੀ ਨਹੀਂ ਕਰਾਉਂਦੇ। ਮਨ ਵਿੱਚ ਇਹੀ ਹੁੰਦੀ ਹੈ ਵੀ NRI ਨੇ ਤੇ ਬਾਹਰ ਚਲੇ ਜਾਣਾ ਹੈ ਤੇ ਫਿਰ ਕੀ ਹੋ ਜਾਣਾ। ਉਹਨਾਂ ਕੇਸਿਸ ਦੇ ਵਿੱਚ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਉਲਝਣ ਪੈ ਜਾਂਦੀ ਹੈ ਵੀ ਬਿਆਨੇ ਦੇ ਉੱਤੇ, ਬਿਆਨੇ ਤੋਂ ਬਾਅਦ ਰਜਿਸਟਰੀ ਨਹੀਂ ਹੁੰਦੀ, ਤਾਂ ਉਹਨਾਂ ਕੇਸਿਸ ਦੇ ਵਿੱਚ ਲਾ ਕੀ ਕਹਿੰਦੇ ਨੇ? ਦੇਖੋ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ। ਅੱਜ ਕੱਲ੍ਹ ਰੈਗੂਲਰ ਪ੍ਰੈਕਟਿਸ 'ਚ ਐਸੇ ਬਹੁਤ ਕੇਸ ਸਾਹਮਣੇ ਆ ਰਹੇ ਹੈ। NRI ਆਉਂਦੇ ਹੈ, ਲੋਕ ਇੱਥੇ ਦੇ ਉਹਨਾਂ ਨਾਲ ਸੌਦਾ ਕਰ ਲੈਂਦੇ ਹੈ, ਬਿਆਨਾ ਹੋ ਜਾਂਦਾ ਹੈ, ਬਟ ਰਜਿਸਟਰੀ ਦੇ ਟਾਈਮ 'ਤੇ ਕੋਈ ਨਾ ਕੋਈ ਅੜਚਨ ਆ ਹੀ ਜਾਂਦੀ ਹੈ। ਵੈਸੇ ਤਾਂ ਜਿਸ ਬੰਦੇ ਨੇ ਬਿਆਨਾ ਦਿੱਤਾ ਹੈ ਉਹਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਰਜਿਸਟਰੀ ਵਾਲੀ ਡੇਟ 'ਤੇ ਉਹ ਖੁਦ ਆਪਣਾ ਰਜਿਸਟਰਾਰ ਆਫਿਸ ਵਿੱਚ ਪ੍ਰੈਜ਼ੈਂਟ ਹੋਵੇ। ਅੱਛਾ ਜੀ। ਅਗਰ ਦੂਸਰੀ ਪਾਰਟੀ ਉੱਥੇ ਪੇਸ਼ ਨਹੀਂ ਹੁੰਦੀ ਤਾਂ ਸਭ ਤੋਂ ਪਹਿਲੇ ਉਹ ਆਪਣੀ ਉੱਥੇ ਜਾ ਕੇ ਇੱਕ ਪ੍ਰੈਜ਼ੈਂਸ ਮਾਰਕ ਕਰਾਵੇ, ਆਪਣੀ ਹਾਜ਼ਰੀ ਲਗਵਾਵੇ ਕਿ ਮੈਂ ਰਜਿਸਟਰੀ ਵਾਸਤੇ ਹਾਜ਼ਰ ਹਾਂ। ਉਸ ਤੋਂ ਬਾਅਦ ਅੱਜ ਕੱਲ੍ਹ
ਬਹੁਤ ਕਾਨੂੰਨ ਬਣ ਚੁੱਕੇ ਹੈ। ਇੱਕ ਸਾਡਾ ਲਾਅ ਹੈ ਸਪੈਸੀਫਿਕ ਰਿਲੀਫ ਐਕਟ। ਅੱਛਾ ਜੀ। ਉਹਦੇ ਵਿੱਚ ਅਸੀਂ ਉਹਦੀ ਪ੍ਰੋਵੀਜ਼ਨ ਦੇ ਅਕੋਰਡਿੰਗਲੀ ਕੋਰਟ 'ਚ ਕੇਸ ਫਾਈਲ ਕਰਕੇ ਜਿਹੜੀ ਰਜਿਸਟਰੀ ਉਹ ਬੰਦੇ ਨੇ ਨਹੀਂ ਕਰਵਾਈ ਸਾਡੇ ਤੇ, ਉਹ ਰਜਿਸਟਰੀ ਕਰਵਾਉਣ ਲਈ ਉਹਨੂੰ ਫੋਰਸ ਕਰ ਸਕਦੇ ਹਾਂ, ਉਹਦੇ ਕੋਰਟ ਤੋਂ ਆਰਡਰ ਲੈ ਸਕਦੇ ਹਾਂ। ਅੱਛਾ ਜੀ। ਕੋਰਟ ਉਸ ਕੇਸ ਵਿੱਚ ਡਾਇਰੈਕਸ਼ਨਸ ਕਰਦੀਆਂ ਹਨ ਕਿ ਇਹ ਰਜਿਸਟਰੀ ਜਿਹੜੀ ਇੰਨੀ ਤਰੀਕ ਨੂੰ ਹੋਣੀ ਸੀ, ਜੋ ਜਿਸ ਵਜ੍ਹਾ ਨਾਲ ਵੀ ਉਹ ਨਹੀਂ ਹੋ ਪਾਈ, ਉਹ ਜਿਹੜਾ ਐਗਰੀਮੈਂਟ ਹੈ ਤੁਹਾਡਾ ਕੰਟਰੈਕਟ ਹੋਇਆ ਉਹਨੂੰ ਫੁੱਲਫਿਲ ਕੀਤਾ ਜਾਵੇ। ਫੁੱਲਫਿਲ ਕੀਤਾ ਜਾਏ। ਕੋਰਟ ਦੀ ਡਾਇਰੈਕਸ਼ਨ ਦੇ ਆਧਾਰ ਤੇ ਉਹ ਰਜਿਸਟਰੀ ਦੁਬਾਰਾ ਕਰਵਾਈ ਜਾ ਸਕਦੀ ਹੈ। ਅੱਛਾ ਜੀ। ਦੂਸਰਾ, ਜੇ ਤੁਹਾਨੂੰ ਲੱਗਦਾ ਹੈ ਕਿ ਕੋਰਟ ਟਾਈਮ ਨੂੰ ਬਹੁਤ ਟਾਈਮ ਲੱਗ ਜਾਏਗਾ, ਮੈਂ ਇੱਥੇ ਰਹਿ ਨਹੀਂ ਸਕਦਾ, ਮੈਂ ਵਾਪਸ ਜਾਣਾ ਚਾਹੁੰਦਾ ਹਾਂ, ਤਾਂ ਤੁਸੀਂ ਫਿਰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ, ਤੁਸੀਂ ਆਪਣੀ ਇੱਕ ਪਾਵਰ ਆਫ ਟਰਨੀ, ਚਾਹੇ ਉਹ ਸਪੈਸ਼ਲ ਪਾਵਰ ਟਰਨੀ ਹੈ, ਸਿਰਫ ਉਸ ਕੇਸ ਨੂੰ ਡੀਲ ਕਰਨ ਵਾਸਤੇ ਆਪਣੇ ਕਿਸੇ ਭਾਈ ਬੰਧੂ, ਕਿਸੇ ਰਿਸ਼ਤੇਦਾਰ ਜਾਂ ਭਰੋਸੇਮੰਦ ਵਿਅਕਤੀ ਨੂੰ ਦੇ ਕੇ ਜਾ ਸਕਦੇ ਹੋ, ਜਿਹੜਾ ਤੁਹਾਡੇ ਬਿਹਾਫ ਤੇ ਕੱਲ ਨੂੰ ਕੋਰਟ ਵਿੱਚ ਜਾਂ ਰੈਵਨਿਊ ਆਫੀਸਰ ਕੋਲ ਪੇਸ਼ ਹੋ ਕੇ ਤੁਹਾਡਾ ਅੱਗੇ ਫਰਦਰ ਪ੍ਰੋਸੀਡ ਕਰ ਸਕਦੇ ਹੈ। ਉਸ ਪ੍ਰਾਪਰਟੀ ਨੂੰ ਤੁਹਾਡੇ ਨਾਂ ਤੇ ਰਜਿਸਟਰ ਕਰਵਾਇਆ ਜਾ ਸਕਦਾ ਹੈ। ਕਰਵਾਇਆ ਜਾਏ ਥਰੂ ਕੋਰਟ, ਮਤਲਬ ਅਸੀਂ ਰਜਿਸਟਰ ਕਰਾ ਸਕਦੇ ਹਾਂ। ਤੇ ਇੱਕ ਹੋਰ ਗੱਲ ਦੇਖਣ ਨੂੰ ਆਉਂਦੀ ਹੈ ਕਿ ਬਹੁਤ ਸਾਰੀਆਂ ਐਸੀਆਂ ਪ੍ਰਾਪਰਟੀਜ਼ ਨੇ ਜੋ NRI ਸਾਡੇ ਦੋਸਤਾਂ ਦੇ ਨਾਵਾਂ ਤੇ ਬੋਲ ਰਹੀਆਂ ਨੇ, ਪਰ ਉਹ ਪ੍ਰਾਪਰਟੀਜ਼ ਰੈਂਟ ਦੇ ਉੱਤੇ ਦਿੱਤੀਆਂ ਗਈਆਂ ਨੇ। ਖਾਸ ਕਰਕੇ ਸ਼ਹਿਰੀ ਇਲਾਕਿਆਂ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਦੁਕਾਨਾਂ ਨੇ, ਬਹੁਤ ਸਾਰੇ ਘਰ ਐਸੇ ਪਏ ਨੇ ਜਿਹੜੇ ਖਾਲੀ ਪਏ ਨੇ ਤੇ ਰੈਂਟ ਤੇ ਦੇ ਕੇ ਲੋਕ ਬਾਹਰ ਚਲੇ ਜਾਂਦੇ ਨੇ ਤੇ ਪੈਸੇ ਅਕਾਊਂਟ ਦੇ ਵਿੱਚ ਜਾ ਰਹੇ ਨੇ, ਜਾਂ ਕਈ ਵਾਰੀ ਪੈਸੇ ਨਹੀਂ ਵੀ ਬੰਦ ਹੋ ਜਾਂਦੇ ਤੇ ਉੱਥੇ ਡਿਸਪਿਊਟ ਪੈ ਜਾਂਦੇ ਨੇ। ਤੇ ਜਦੋਂ ਐਸੇ ਮਾਮਲੇ ਸਾਹਮਣੇ ਆਉਂਦੇ ਨੇ, ਜਿਸ ਤਰ੍ਹਾਂ ਵੀ ਮੈਂ ਬਾਹਰ ਜਾਣਾ ਹੈ, ਆਪਣਾ ਘਰ ਰੈਂਟ ਤੇ ਦੇ ਜਾਵਾਂ, ਜਾਂ ਰੈਂਟ ਤੋਂ ਬਾਅਦ ਕੋਈ ਉਲਝਣਾਂ ਆਉਂਦੀਆਂ ਨੇ, ਤੇ ਸਾਰੇ ਮਾਮਲੇ 'ਚ ਕਿਸ ਤਰ੍ਹਾਂ ਪਹਿਲਾਂ ਰੈਂਟ ਤੇ ਦੇਣ ਲੱਗੇ ਕਿਸ ਤਰ੍ਹਾਂ ਦਾ ਇਹਤਿਆਤ ਵਰਤਣੇ ਚਾਹੀਦੇ ਨੇ, ਤੇ ਜੇ ਕੋਈ ਉਲਝਣ ਪੈ ਜਾਂਦੀ ਹੈ ਤਾਂ ਕਾਨੂੰਨ ਕੀ ਕਹਿੰਦੇ ਨੇ? ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਕਈ ਵਾਰੀ NRIs ਆਪਣੀ ਪ੍ਰਾਪਰਟੀ ਨੂੰ ਰੈਂਟ ਤੇ ਦੇ ਦਿੰਦੇ ਨੇ, ਕੁਛ ਦੇ ਰੈਂਟ ਟਾਈਮ ਤੇ ਆਉਂਦਾ ਹੈ, ਬਾਹਰ ਚਲੇ ਜਾਂਦੇ ਆ, ਅਕਾਊਂਟ 'ਚ ਆਉਂਦਾ, ਪਰ ਉਸ ਤੋਂ ਬਾਅਦ ਰੈਂਟ ਆਉਣਾ ਬੰਦ ਹੋ ਜਾਂਦਾ। ਕਿਰਾਏਦਾਰ ਆਪਣਾ ਕਿਰਾਇਆ ਨਹੀਂ ਦਿੰਦਾ, ਉਹਨੂੰ ਪਤਾ ਕਿ ਬੰਦਾ NRI ਹੈ, ਇਹ ਕਿੱਥੇ ਵਾਪਸ ਆਏਗਾ, ਕਿੱਥੇ ਕੇਸ ਕਰੇਗਾ। ਸੋ ਸਭ ਤੋਂ ਪਹਿਲੇ ਤਾਂ ਰੈਂਟ ਤੇ ਪ੍ਰਾਪਰਟੀ ਦੇ ਲੱਗਿਆ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਰੈਂਟ ਐਗਰੀਮੈਂਟ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ। ਅੱਛਾ ਜੀ। ਜਿਸ ਦੇ ਬੇਸ ਤੇ ਅਸੀਂ ਉਹਨੂੰ ਆਪਣਾ ਟੈਨੈਂਟ ਡਿਕਲੇਅਰ ਕਰ ਸਕਦੇ ਹਾਂ, ਕੱਲ੍ਹ ਨੂੰ ਕੋਰਟ ਦੇ ਕੋਲ ਪ੍ਰੈਜ਼ੈਂਟ ਕਰ ਸਕਦੇ ਹਾਂ ਵੀ ਇਹ ਸਾਡਾ ਟੈਨੈਂਟ ਸੀ, ਆਪਣਾ ਉਸ ਪ੍ਰਾਪਰਟੀ ਦੇ ਲੈਂਡਲੋਰਡ ਹਾਂ ਜਾਂ ਓਨਰ ਹਾਂ। ਉਸ ਰੈਂਟ ਐਕਟ ਦੇ ਬੇਸ ਤੇ ਹੀ ਅਸੀਂ ਫਰਦਰ ਕੁਛ ਵੀ ਪ੍ਰੋਸੀਡ ਕਰ ਸਕਦੇ ਹਾਂ। ਅੱਛਾ ਜੀ। ਦੂਸਰੀ ਚੀਜ਼, ਜਦੋਂ ਅਸੀਂ ਕੋਈ ਪ੍ਰਾਪਰਟੀ ਰੈਂਟ ਤੇ ਦੇ ਦਿੱਤੀ, ਕੁਛ ਟਾਈਮ ਬਾਅਦ ਜਦੋਂ ਸਾਨੂੰ ਉਹਦਾ ਕਿਰਾਇਆ ਨਾ ਬੰਦ ਹੋ ਗਿਆ, ਤਾਂ ਸਾਡੇ ਕੋਲ ਆਪਣਾ ਇੰਡੀਆ ਵਿੱਚ ਰੈਂਟ ਐਕਟ ਹੈ, ਈਸਟ ਪੰਜਾਬ ਰੈਂਟ ਐਕਟ ਹੈ, ਉਹਦੀ ਪ੍ਰੋਵੀਜ਼ਨਸ ਦੇ ਅਕੋਰਡਿੰਗਲੀ ਅਸੀਂ ਕੋਰਟ ਤੋਂ ਅਵਿਕਸ਼ਨ ਕਲੇਮ ਕਰ ਸਕਦੇ ਹਾਂ ਕਿ ਇਸ ਟੈਨੈਂਟ ਨੂੰ ਅਵਿਕਟ ਕੀਤਾ ਜਾਵੇ, ਬਿਕੋਜ਼ ਆਈ ਐਮ ਦੀ ਓਨਰ ਆਫ ਦੈਟ ਪ੍ਰਾਪਰਟੀ। ਇਸ ਰੈਂਟ ਐਗਰੀਮੈਂਟ ਦੇ ਅਕੋਰਡਿੰਗਲੀ ਮੈਂ ਇੰਨੀ ਤਰੀਕ ਨੂੰ ਇਹਨੂੰ ਇਹ ਕਿਰਾਏਨਾਮਾ ਦਿੱਤਾ ਸੀ ਔਰ ਇਹ ਕਿਰਾਏ ਤੇ ਪ੍ਰਾਪਰਟੀ ਦਿੱਤੀ ਸੀ, ਜਿਹਦਾ ਕਿਰਾਇਆ ਨੇ ਇੰਨੀ ਦੇਰ ਤੋਂ ਦਿੱਤਾ ਹੈ, ਉਸ ਤੋਂ ਬਾਅਦ ਇਹਨੇ ਮੈਨੂੰ ਜਾਂ ਕਿਰਾਇਆ ਨਹੀਂ ਦਿੱਤਾ, ਜਾਂ ਮੇਰੀ ਪ੍ਰਾਪਰਟੀ ਦਾ ਮਿਸਯੂਜ਼ ਕਰ ਰਿਹਾ ਹੈ, ਜਾਂ ਮੇਰੀ ਪ੍ਰਾਪਰਟੀ ਨੂੰ ਡੈਮੇਜ ਕਰ ਰਿਹਾ ਹੈ, ਤੇ ਮੈਂ ਹੁਣ ਚਾਹੁੰਦਾ ਹਾਂ ਕਿ ਇਹਨੂੰ ਉੱਥੋਂ ਬਾਹਰ ਨਿਕਾਲਿਆ ਜਾਵੇ। ਉਸ ਲਈ ਵੈਸੇ ਤਾਂ ਤੁਸੀਂ 30 ਡੇਜ਼ ਦਾ ਇੱਕ ਨੋਟਿਸ ਦੇ ਸਕਦੇ ਹੋ। ਅੱਛਾ ਜੀ। ਲੀਗਲ ਨੋਟਿਸ ਦੇਣ ਤੋਂ ਬਾਅਦ ਅਗਰ ਉਹ ਖੁਦ ਖਾਲੀ ਕਰ ਦਿੰਦਾ ਹੈ ਤਾਂ ਦੈਟਸ ਇਟ। ਅਗਰ ਨਹੀਂ ਖਾਲੀ ਕਰਦਾ ਤਾਂ ਤੁਸੀਂ ਕੋਰਟ ਵਿੱਚ ਜਾ ਕੇ ਉਹਦੀ ਐਵਿਕਸ਼ਨ ਕਲੇਮ ਕਰ ਸਕਦੇ ਹੋ। ਐਵਿਕਸ਼ਨ ਕਲੇਮ ਕਰ ਸਕਦੇ ਹਾਂ। ਤੇ ਕੋਈ NRI ਕੋਰਟਸ ਵੀ ਨੇ ਜਾਂ NRI ਨੂੰ ਕੋਈ ਖਾਸ? ਅੱਜ ਕੱਲ੍ਹ NRIs ਨੂੰ ਲੈ ਕੇ ਬਹੁਤ ਫੈਸਿਲਿਟੀਜ਼ ਦੇ ਰਹੀ ਹੈ ਇੰਡੀਅਨ ਗਵਰਨਮੈਂਟ। ਜਗ੍ਹਾ ਤੇ NRI ਸੈੱਲ ਬਣ ਗਏ, ਸਟੇਟਸ ਬਣ ਗਏ, NRI ਕਮਿਸ਼ਨਸ ਬਣ ਗਏ ਨੇ, ਈਵਨ NRI ਕੋਰਟਸ ਬਣ ਚੁੱਕੀਆਂ ਜਿਹੜੀਆਂ ਇੱਕ ਫਾਸਟ ਟਰੈਕ ਕੋਰਟਸ ਦਾ ਕੰਮ ਕਰਦੀਆਂ ਨੇ। ਔਰ ਉਹਨਾਂ ਕੋਰਟਸ ਵਿੱਚ ਈਵਨ ਤੁਸੀਂ ਜੇ ਬਾਹਰ ਵੀ ਹੋ ਤਾਂ ਥਰੂ ਮੇਲ ਜਾਂ ਪੋਸਟ ਜਾਂ ਫੈਕਸ ਤੁਸੀਂ ਆਪਣੀ ਕੰਪਲੇਂਟ ਫਾਈਲ ਕਰ ਸਕਦੇ ਹੋ, ਜਾਂ ਫਿਰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਤੁਸੀਂ ਆਪਣੀ ਇੱਕ ਪਾਵਰ ਆਫ ਅਟਾਰਨੀ ਕਿਸੇ ਥਰਡ ਪਰਸਨ ਨੂੰ ਇੰਡੀਆ ਵਿੱਚ ਭੇਜ ਕੇ ਉਹਦੇ ਥਰੂ ਵੀ ਆਪਣੀ ਕੰਪਲੇਂਟ ਫਾਈਲ ਕਰ ਸਕਦੇ ਹੋ, ਜਾਂ ਕਿਸੇ ਰਿਲੇਟਿਵ ਦੇ, ਅਗਰ ਤੁਹਾਡੇ ਇੱਥੇ ਕੋਈ ਰਿਲੇਟਿਵ ਹੈ, ਤੁਸੀਂ ਉਹਨਾਂ ਥਰੂ ਵੀ ਆਪਣੀ ਕੰਪਲੇਂਟ NRI ਸੈਲਸ ਜਾਂ ਫਿਰ NRI ਕਮਿਸ਼ਨਸ ਦੇ ਵਿੱਚ ਜਾ ਕੇ ਫਾਈਲ ਕਰ ਸਕਦੇ ਹੋ। ਜੀ ਸਰ। ਤੇ ਚੱਲਦੇ ਕੇਸ ਦੇ ਵਿੱਚ ਜਿਸ ਤਰ੍ਹਾਂ ਕਈ ਕੇਸ ਚੱਲ ਰਹੇ ਹੁੰਦੇ ਨੇ ਤੇ ਸਾਡੇ ਮਨਾਂ ਵਿੱਚ ਆ ਹੁੰਦਾ ਹੈ ਕਿ ਹੁਣ ਮੈਂ ਬਾਹਰ ਜਾਣਾ ਹੈ, ਇੱਧਰ ਕੇਸ ਚੱਲ ਰਿਹਾ ਹੁੰਦਾ ਹੈ, ਤੇ ਜਾਣ ਤੋਂ ਪਹਿਲਾਂ ਕੀ ਕੋਈ ਪਾਵਰ ਆਫ ਅਟਾਰਨੀ ਚੱਲਦੇ ਕੇਸ ਵਿੱਚ ਦੇ ਸਕਦਾ ਹੈ? ਤੇ ਜੇ ਦੇ ਸਕਦਾ ਹੈ ਤਾਂ ਕੀ ਗਵਾਹੀ ਦੇ ਸਮੇਂ ਉਸ ਨੂੰ ਆਉਣਾ ਪਵੇਗਾ? ਕਿਉਂਕਿ ਐਸੇ ਸਵਾਲ ਅਕਸਰ ਮਨਾਂ ਦੇ ਵਿੱਚ ਹੁੰਦੇ ਨੇ। ਸਰ ਮੈਂ ਦੱਸਣਾ ਚਾਹਾਂਗਾ, ਬੇਸਿਕਲੀ ਲੋਕਾਂ ਨੂੰ ਇਹੀ ਗਲਤਫਹਿਮੀ ਹੋ ਜਾਂਦੀ ਕਈ ਵਾਰੀ ਕਿ ਪਾਵਰ ਆਫ ਅਟਾਰਨੀ ਸਿਰਫ ਪ੍ਰਾਪਰਟੀ ਨੂੰ ਵੇਚਣ ਵਾਸਤੇ ਜਾਂ ਖਰੀਦਣ ਵਾਸਤੇ ਹੀ ਦਿੱਤੀ ਜਾਂਦੀ ਹੈ। ਜਦੋਂ ਕੋਈ ਕੇਸ ਚੱਲ ਰਿਹਾ ਹੈ ਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇੱਕ ਪਾਵਰ ਆਫ ਅਟਾਰਨੀ ਕਿਸੇ ਥਰਡ ਪਰਸਨ ਨੂੰ ਦੇ ਸਕਦੇ ਹੋ, ਚਾਹੇ ਉਹ ਸਪੈਸ਼ਲ ਪਾਵਰ ਆਫ ਅਟਾਰਨੀ ਹੋਵੇ, ਸਿਰਫ ਉਸ ਕੇਸ ਨੂੰ ਡੀਲ ਕਰਨ ਦੇ ਬਾਬਤ ਹੋਵੇ। ਉਸ ਅਟਾਰਨੀ ਦੇ ਬੇਸ ਤੇ ਤੁਹਾਡਾ ਉਹ ਪਰਸਨ ਕੋਰਟ ਵਿੱਚ ਤੁਹਾਨੂੰ ਰਿਪਰੈਜ਼ੈਂਟ ਕਰਦਾ ਹੈ। ਅਗਰ ਤੁਸੀਂ ਕੇਸ ਦੇ ਇਨ ਬਿਟਵੀਨ ਬਾਹਰ ਚਲੇ ਜਾਂਦੇ ਹੋ ਤਾਂ ਉਹ ਬੰਦਾ ਤੁਹਾਡੇ ਬਿਹਾਫ ਤੇ ਕੋਰਟ 'ਚ ਪੇਸ਼ ਹੋ ਕੇ ਸਾਰੀਆਂ ਪ੍ਰੋਸੀਡਿੰਗ ਨੂੰ ਅਡੈਪਟ ਕਰਦਾ ਹੈ, ਉਹਨੂੰ ਪੇਸ਼ ਹੋ ਕੇ ਆਪਣੀ ਸਾਰੀ ਪੇਸ਼ੀ ਦੇਖਦਾ ਹੈ, ਸਾਰੀਆਂ ਕਾਰਵਾਈ ਦੇਖਦਾ ਹੈ। ਬਟ ਇਨ ਕੇਸ ਫਾਈਲਿੰਗ ਦੇ ਟਾਈਮ ਤੇ ਤੁਸੀਂ ਇੱਥੇ ਹੋ, ਇਨ ਬਿਟਵੀਨ ਤੁਹਾਨੂੰ ਬਾਹਰ ਜਾਣਾ ਪੈ ਗਿਆ, ਫਿਰ ਤੁਹਾਨੂੰ ਐਟ ਦਾ ਟਾਈਮ ਆਫ ਐਵੀਡੈਂਸ ਕਈ ਵਾਰ ਵਾਪਸ ਆ ਜਾਣਾ ਪੈਂਦਾ ਹੈ, ਕਿਉਂਕਿ ਜਿਹੜਾ ਕੇਸ ਤੁਸੀਂ ਫਾਈਲ ਕੀਤਾ ਹੈ, ਜੋ ਪਟੀਸ਼ਨ ਤੁਸੀਂ ਫਾਈਲ ਕੀਤੀ ਹੈ, ਜੋ ਫੈਕਟਸ ਤੁਸੀਂ ਮੈਂਸ਼ਨ ਕੀਤੇ ਹੈ, ਜਿਸ ਬੇਸ ਤੇ ਕੇਸ ਫਾਈਲ ਕੀਤਾ ਗਿਆ, ਉਹਨੂੰ ਐਟ ਦਾ ਟਾਈਮ ਆਫ ਐਵੀਡੈਂਸ ਤੁਸੀਂ ਆ ਕੇ ਕੋਰਟ ਅੱਗੇ ਪ੍ਰੈਜ਼ੈਂਟ ਕਰਨਾ ਹੁੰਦਾ ਹੈ। ਉਸ ਟਾਈਮ ਤੇ ਐਟ ਦਾ ਟਾਈਮ ਆਫ ਐਵੀਡੈਂਸ ਤੁਹਾਨੂੰ ਆਉਣਾ ਪੈ ਸਕਦਾ ਹੈ।
ਅਦਰਵਾਈਜ਼ ਇਨ ਬਿਟਵੀਨ ਤੁਹਾਡੀ ਜਿੰਨੀਆਂ ਵੀ ਪ੍ਰੋਸੀਡਿੰਗਸ ਨੇ ਉਹ ਸਾਰਾ ਤੁਹਾਡਾ ਅਟਾਰਨੀ ਹੋਲਡਰ ਹੀ ਉਹਨੂੰ ਪੇਸ਼ ਹੋ ਕੇ ਲੜਦਾ ਹੈ ਤੇ ਜਿਸ ਤਰ੍ਹਾਂ ਧੋਖਾਧੜੀ ਦੇ ਕੇਸ ਦੇਖੇ ਜਾਂਦੇ ਨੇ ਖਾਸ ਕਰਕੇ ਪ੍ਰਾਪਰਟੀਆਂ ਨੂੰ ਲੈ ਕੇ ਹਨਾ ਇੱਕ ਤੋਂ ਇੱਕ ਅੱਗੇ ਪ੍ਰਾਪਰਟੀ ਵਿਕ ਜਾਂਦੀ ਹੈ ਜਾਂ ਉਸ ਤੇ ਰੈਵਨਿਊ ਰਿਕਾਰਡਸ ਦੇ ਵਿੱਚ ਜਾਂ ਮਾਲ ਮਹਿਕਮੇ ਦੇ ਵਿੱਚ ਨਾ ਕੋਈ ਹੋਰ ਬੋਲ ਰਿਹਾ ਹੁੰਦਾ ਹੈ, ਕਬਜ਼ੇ ਕਿਸੇ ਹੋਰ ਤੇ ਹੈ ਜਾਂ ਦੋ ਰਜਿਸਟਰੀਆਂ ਹੋਈਆਂ ਹੁੰਦੀਆਂ ਨੇ ਜੀ ਬਿਲਕੁਲ। ਤੇ ਧੋਖਾਧੜੀ ਦੇ ਸੰਬੰਧ ਵਿੱਚ ਖਾਸ ਕਰਕੇ NRI ਵੀਰ ਭਰਾਵਾਂ ਲਈ ਜਦੋਂ ਧੋਖਾਧੜੀ ਹੋ ਜਾਂਦੀ ਹੈ ਤਾਂ ਸਾਨੂੰ ਫੌਜਦਾਰੀ ਯਾਨੀ ਕਿ ਕ੍ਰਿਮੀਨਲ ਲਾ ਕੀ ਕਹਿੰਦਾ ਹੈ ਇੰਡੀਅਨ ਲਾ ਉਸ ਬਾਰੇ? ਦੇਖੋ ਵੈਸੇ ਤਾਂ ਜਦੋਂ ਤੁਸੀਂ ਕੋਈ ਪ੍ਰਾਪਰਟੀ ਖਰੀਦਦੇ ਹੋ ਔਰ ਅਗਰ ਉਹਨੂੰ ਪ੍ਰੋਪਰਲੀ ਆਪਣੇ ਨਾਮ ਤੇ ਰਜਿਸਟਰ ਕਰਵਾ ਲੈਂਦੇ ਹੋ ਰੈਵਨਿਊ ਰਿਕਾਰਡ 'ਚ ਉਹਦੀ ਤੁਹਾਡੀ ਮਿਊਟੇਸ਼ਨ ਚੜ ਜਾਂਦੀ ਹੈ ਜੀ ਇੰਤਕਾਲ, ਕੱਲ੍ਹ ਨੂੰ ਜਿਹਨੂੰ ਇੰਤਕਾਲ ਕਿਹਾ ਜਾਂਦਾ ਹੈ, ਕੱਲ੍ਹ ਨੂੰ ਅਗਰ ਤੁਹਾਡੀ ਕੋਈ ਪ੍ਰਾਪਰਟੀ 'ਤੇ ਕਬਜ਼ਾ ਕਰਦਾ ਵੀ ਹੈ ਤਾਂ ਉਹ ਕਦੀ ਵੀ ਪੂਰਨ ਰੂਪ ਵਿੱਚ ਉਸ ਪ੍ਰਾਪਰਟੀ ਦਾ ਮਾਲਕ ਨਹੀਂ ਬਣ ਸਕਦਾ ਕਿਉਂਕਿ ਉਹ ਪ੍ਰਾਪਰਟੀ ਆਲਰੇਡੀ ਤੁਹਾਡੇ ਨਾਂ ਤੇ ਰਜਿਸਟਰਡ ਹੋ ਚੁੱਕੀ ਹੁੰਦੀ ਹੈ। ਫਿਰ ਵੀ ਜੇ ਕੋਈ ਅਗਰ ਤੁਹਾਡੀ ਪ੍ਰਾਪਰਟੀ 'ਤੇ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਕਰ ਲੈਂਦਾ ਹੈ ਤਾਂ ਤੁਸੀਂ ਉਹਦੇ ਅਗੇਂਸਟ ਆਪਣੀ ਪ੍ਰਾਪਰਟੀ ਦੇ ਟਰੇਸ ਆਊਟ ਨੂੰ ਲੈ ਕੇ ਕਬਜ਼ੇ ਨੂੰ ਲੈ ਕੇ ਇੱਕ ਕ੍ਰਿਮੀਨਲ ਕੰਪਲੇਂਟ ਪੁਲਿਸ ਸਟੇਸ਼ਨ 'ਚ ਫਾਈਲ ਕਰ ਸਕਦੇ ਹੋ। ਤੁਹਾਡੇ ਏਰੀਆ ਦਾ ਜਿਹੜਾ ਪੁਲਿਸ ਸਟੇਸ਼ਨ ਹੋਏਗਾ ਜਾਂ SSP ਮਹਿਕਮਾ ਹੁੰਦਾ ਉੱਥੇ ਤੁਸੀਂ ਡਾਇਰੈਕਟ ਆਪਣੀ ਕੰਪਲੇਂਟ ਫਾਈਲ ਕਰ ਸਕਦੇ ਹੋ ਔਰ ਉਸ ਪਰਸਨ 'ਤੇ ਇਸ ਚੀਜ਼ ਨੂੰ ਲੈ ਕੇ FIR ਹੋ ਸਕਦੀ ਹੈ। ਅੱਛਾ ਜੀ। ਕ੍ਰਿਮੀਨਲ ਦੇ ਵਿੱਚ ਸੈਕੰਡਲੀ ਕੋਰਟਸ ਨੇ NRI ਕੋਰਟਸ ਮੈਂ ਦੱਸਿਆ ਜਨਾਬ ਨੂੰ ਜਿੱਦਾਂ ਕਾਫੀ ਕੋਰਟਸ ਦੇ ਵਿੱਚ ਤੁਸੀਂ ਸਿੱਧੀ ਪਟੀਸ਼ਨ ਫਾਈਲ ਕਰ ਸਕਦੇ ਹੋ ਫॉर ਪੋਜੈਸ਼ਨ ਵਾਸਤੇ ਪ੍ਰਾਪਰਟੀ ਦਾ ਓਨਰਸ਼ਿਪ ਸਾਡੀ ਹੈ ਵੀ ਆਰ ਦੀ ਇਨ ਦੀ ਪੋਜੈਸ਼ਨ ਬਟ ਇਹ ਇੱਕ ਫੋਰਜ ਪੋਜੈਸ਼ਨ ਕਰਕੇ ਬੈਠ ਗਿਆ ਜ਼ਬਰਦਸਤੀ ਅੰਦਰ ਵੜ ਗਿਆ ਉਹਨਾਂ ਨੂੰ ਵਿਕਟਰੀ ਵੀ ਕੀਤਾ ਜਾ ਸਕਦਾ ਹੈ। ਅੱਛਾ ਜੀ। ਤੇ ਜਿਸ ਤਰ੍ਹਾਂ ਸ਼ਹਿਰੀ ਜਾਇਦਾਦ ਹੈ ਤੇ ਨਾਲ ਦੇ ਨਾਲ ਪੇਂਡੂ ਜਾਇਦਾਦ ਵੀ ਹੈ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਬਹੁਤ ਸਾਰੇ ਰੂਰਲ ਏਰੀਆਜ਼ ਐਸੇ ਨੇ ਜਿੱਥੋਂ ਦੇ ਬਹੁਤ ਸਾਰੇ ਪਰਿਵਾਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੈਟਲ ਹੋਏ। ਜੀ ਬਿਲਕੁਲ। ਤੇ ਸ਼ਹਿਰਾਂ ਨਾਲੋਂ ਜੇ ਮੈਂ ਕਹਾਂ ਕਿ ਸਾਡੇ ਪੰਜਾਬ ਦੇ ਜ਼ਿਆਦਾ ਵਸਨੀਕ ਪਿੰਡਾਂ ਵਾਲੇ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਆਪਣੇ ਰੁਜ਼ਗਾਰਾਂ ਦੇ ਨਾਲ ਜੁੜੇ ਨੇ, ਆਪਣੇ ਪਰਿਵਾਰਾਂ ਦੇ ਨਾਲ ਉੱਥੇ ਬੈਠੇ ਨੇ ਤਾਂ ਉਹਨਾਂ ਦੀਆਂ ਵੀ ਪ੍ਰੋਪਰਟੀਜ਼ ਬਹੁਤ ਨੇ ਤੇ ਇਹਨਾਂ ਪੇਂਡੂ ਪ੍ਰੋਪਰਟੀਜ਼ ਸੰਬੰਧੀ ਕਿਸ ਤਰ੍ਹਾਂ ਦੇ ਲਾ ਸਾਡੇ ਸਾਹਮਣੇ ਆ ਰਹੇ? ਦੇਖੋ ਪੇਂਡੂ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਨਾ ਜਦੋਂ ਬੰਦਾ ਬਾਹਰ ਚਲੇ ਜਾਂਦਾ ਹੈ ਬੇਸਿਕਲੀ ਉਹਨੂੰ ਇੱਕੋ ਇਹੀ ਡਰ ਹੈ ਜੋ ਅਸੀਂ ਸ਼ੁਰੂਆਤ ਕੀਤੀ ਸੀ ਕਿ ਵੀ ਕੱਲ੍ਹ ਨੂੰ ਮੇਰੀ ਪ੍ਰੋਪਰਟੀ 'ਤੇ ਕੋਈ ਕਬਜ਼ਾ ਨਾ ਕਰ ਲੇ। ਜੀ ਇਹਦੇ ਵਾਸਤੇ ਇੱਕ ਸਪੈਸੀਫਿਕ ਰਿਲੀਫ ਐਕਟ ਬਣਿਆ ਹੋਇਆ ਉਹਦੇ ਬੇਸ 'ਤੇ ਜੇ ਕੱਲ੍ਹ ਨੂੰ ਤੁਹਾਡੀ ਕੋਈ ਪ੍ਰੋਪਰਟੀ 'ਤੇ ਕੋਈ ਕਬਜ਼ਾ ਕਰਦਾ ਵੀ ਹੈ ਤਾਂ ਉਸ ਐਕਟ ਦੇ ਅੰਡਰ ਤੁਸੀਂ ਉਹਨੂੰ ਖਾਲੀ ਕਰਵਾ ਸਕਦੇ ਹੋ। ਅੱਛਾ ਜੀ। ਜਿਹੜਾ ਰੈਂਟ ਐਕਟ ਹੈ ਉਹ ਸ਼ਹਿਰੀ ਪ੍ਰੋਪਰਟੀ ਨੂੰ ਡੀਲ ਕਰਦਾ ਹੈ। ਅੱਛਾ ਜਿਹੜਾ ਤੁਸੀਂ ਈਸਟ ਪੰਜਾਬ ਰੈਂਟ ਐਕਟ ਜਿਹੜਾ ਹੈਗਾ ਉਹ ਸ਼ਹਿਰੀ ਪ੍ਰੋਪਰਟੀ ਨੂੰ ਡੀਲ ਕਰਦਾ ਹੈ। ਸ਼ਹਿਰ ਵਿੱਚ ਕੋਈ ਪ੍ਰੋਪਰਟੀ ਤੇ ਕੋਈ ਸ਼ਾਪ ਤੇ ਕੋਈ ਕਬਜ਼ਾ ਹੋ ਜਾਂਦਾ ਨਜਾਇਜ਼ ਜਾਂ ਕੋਈ ਰੈਂਟ ਨਹੀਂ ਪੇ ਕਰ ਰਿਹਾ ਤੁਹਾਨੂੰ ਉਹਨੂੰ ਖਾਲੀ ਕਰਵਾਉਣਾ ਚਾਹੁੰਦੇ ਹੋ ਉਹ ਅਵਿਕਸ਼ਨ ਜਿਹੜੀਆਂ ਹੈਗੀਆਂ ਉਹਦੇ ਅੰਡਰ ਫਾਈਲ ਹੁੰਦੀਆਂ ਨੇ। ਅੱਛਾ ਜੀ। ਬਟ ਜਿਹੜੀ ਐਗਰੀਕਲਚਰ ਲੈਂਡ ਹੈ ਉਹਦੇ ਵਾਸਤੇ ਇੱਕ ਸਪੈਸੀਫਿਕ ਰਿਲੀਫ ਐਕਟ ਬਣਿਆ ਹੈ ਉਹਦੇ ਅੰਡਰ ਤੁਸੀਂ ਪ੍ਰੋਵੀਜ਼ਨਸ ਕਾਫੀ ਨੇ ਜਿਹਦੇ ਅੰਡਰ ਤੁਸੀਂ ਕੋਰਟ 'ਚ ਪਟੀਸ਼ਨ ਫਾਈਲ ਕਰਕੇ ਆਪਣੀ ਜਗ੍ਹਾ ਨੂੰ ਵਾਪਸ ਲੈ ਸਕਦੇ ਹੋ। ਅੱਛਾ ਜੀ। ਕਈ ਵਾਰੀ ਕੀ ਹੁੰਦਾ ਹੈ ਵਕੀਲ ਸਾਹਿਬ ਦੇਖਣ ਵਾਲੀ ਇਹ ਗੱਲ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਬੈਠੇ ਹੁੰਦੇ ਨੇ ਤੇ ਕਈ ਵਾਰੀ ਦਿੱਕਤ ਐਸੀ ਆ ਜਾਂਦੀ ਹੈ ਕਈ ਵਾਰੀ ਪ੍ਰੋਪਰਟੀ ਵੇਚਣੀ ਵੀ ਪੈ ਜਾਂਦੀ ਹੈ ਜਾਂ ਕਿਸੇ ਪ੍ਰੋਪਰਟੀ ਦੇ ਸੰਬੰਧ ਵਿੱਚ ਕੇਸ ਲਿਟੀਗੇਸ਼ਨਸ ਸ਼ੁਰੂ ਹੋ ਜਾਂਦੀਆਂ ਨੇ ਤੇ ਬਾਹਰ ਬੈਠਾ ਬੰਦਾ ਪਾਵਰ ਆਫ ਅਟਾਰਨੀ ਜੇ ਇੱਧਰ ਭੇਜਦਾ ਹੈ ਤਾਂ ਉਸਨੂੰ ਕਿਹੜੀਆਂ ਫਾਰਮੈਲਿਟੀਜ਼ ਚੋਂ ਨਿਕਲਣਾ ਪੈਂਦਾ? ਜੀ ਬਿਲਕੁਲ। ਕਈ ਵਾਰੀ ਇੱਦਾਂ ਦਾ ਸੀਨ ਹੋ ਜਾਂਦਾ ਕਈ ਵਾਰੀ ਦੀ ਪੋਜੀਸ਼ਨ ਬਣ ਜਾਂਦੀ ਹੈ ਕਿ ਸਾਨੂੰ ਆਪਣੀ ਪ੍ਰੋਪਰਟੀ ਵੇਚਣੀ ਹੁੰਦੀ ਹੈ ਜਾਂ ਆਪਣੀ ਪ੍ਰੋਪਰਟੀ ਦੀ ਕੋਈ ਕਾਰਵਾਈ ਕਰਨ ਵਾਸਤੇ ਇੱਕ ਬੰਦੇ ਨੂੰ ਅਥਾਰਟੀ ਦੇਣੀ ਪੈਂਦੀ ਹੈ ਕਿਉਂਕਿ ਅਸੀਂ ਬਾਹਰ ਹੁੰਦੇ ਹਾਂ ਤਾਂ ਅਸੀਂ ਹਰ ਵਾਰੀ ਇੱਥੇ ਔਨ ਦੀ ਸਪੋਟ ਇੱਥੇ ਮੌਕੇ 'ਤੇ ਨਹੀਂ ਪਹੁੰਚ ਪਾਉਂਦੇ। ਉਸ ਸਿਚੁਏਸ਼ਨ ਵਿੱਚ ਸਭ ਤੋਂ ਪਹਿਲੇ ਤਾਂ ਜਿਹੜਾ NRI ਆਪਣੀ ਜਿਸ ਵੀ ਕੰਟਰੀ ਵਿੱਚ ਰਹਿ ਰਿਹਾ ਹੈ ਉਸ ਨੂੰ ਇੱਕ ਪਾਵਰ ਆਫ ਅਟਾਰਨੀ ਡਰਾਫਟ ਕਰਨੀ ਪੈਂਦੀ ਹੈ ਚਾਹੇ ਉਹ ਪਲੇਨ ਪੇਪਰ 'ਤੇ ਵੀ ਡਰਾਫਟ ਕਰਦੇ ਹਨ। ਅੱਛਾ ਜੀ। ਉਸ ਤੋਂ ਬਾਅਦ ਉਸ ਕੰਟਰੀ ਵਿੱਚ ਜਿਹੜੀ ਵੀ ਇੰਡੀਅਨ ਐਮਬੈਸੀ ਹੋਏਗੀ ਜਾਂ ਕਾਉਂਸੂਲੇਟ ਹੁੰਦੇ ਹਰ ਕੰਟਰੀ ਵਿੱਚ ਅੱਛਾ ਜੀ ਜਾਂ ਫਿਰ ਇੱਕ ਨੋਟਰੀ ਪਬਲਿਕ ਹੁੰਦੇ ਆ ਅੱਛਾ ਜੀ ਨੋਟਰਾਈਜ਼ਡ ਅਫਸਰ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਕੋਲੋਂ ਉਸ ਪਾਵਰ ਆਫ ਅਟਾਰਨੀ ਨੂੰ ਅਟੈਸਟ ਕਰਵਾਉਣਾ ਹੁੰਦਾ ਹੈ। ਉਸ ਪਾਵਰ ਆਫ ਅਟਾਰਨੀ ਦੇ 2 ਗਵਾਹ ਪਾਏ ਜਾਂਦੇ ਹਨ ਉੱਥੇ ਦੇ ਉਹਨਾਂ ਦੇ ID ਪ੍ਰੂਫ ਨਾਲ ਲਗਾ ਕੇ ਅਟਾਰਨੀ ਨੂੰ ਅਟੈਸਟ ਕਰਾ ਕੇ ਤੁਸੀਂ ਬਾਈ ਪੋਸਟ ਇੰਡੀਆ ਵਿੱਚ ਆਪਣੇ ਉਸ ਪਰਸਨ को ਭੇਜ ਸਕਦੇ ਹੋ ਜਿਹਦੇ ਨਾਮ ਤੇ ਅਟਾਰਨੀ ਬਣਾਈ ਗਈ ਹੈ। ਜੀ। ਬਟ ਉਸ ਤੋਂ ਬਾਅਦ ਜਦੋਂ ਉਹ ਬੰਦਾ ਤੁਹਾਡੀ ਪੋਸਟ ਰਿਸੀਵ ਕਰ ਲੈਂਦਾ ਹੈ ਪਾਵਰ ਆਫ ਅਟਾਰਨੀ ਰਿਸੀਵ ਕਰ ਲੈਂਦਾ ਹੈ ਉਹਦਾ ਸੈਕਿੰਡ ਪ੍ਰੋਸੈਸ ਇਹ ਹੁੰਦਾ ਹੈ ਕਿ ਉਹ ਰੈਵਨਿਊ ਰਜਿਸਟਰਾਰ ਆਫਿਸ ਵਿੱਚ ਜਾ ਕੇ ਉਸ ਪਾਵਰ ਆਫ ਅਟਾਰਨੀ ਨੂੰ ਰਜਿਸਟਰ ਕਰਾਵੇ ਜਾਂ ਫਿਰ ਡਿਵੀਜ਼ਨਲ ਮੈਜਿਸਟ੍ਰੇਟ ਹੁੰਦੇ ਨੇ ਜਾਂ ਡੈਪੂਟੀ ਕਮਿਸ਼ਨਰ ਇਹਨਾਂ ਦੇ ਕੋਲ ਜਾ ਕੇ ਇਹ ਪਾਵਰ ਆਫ ਅਟਾਰਨੀ ਨੂੰ ਐਮਬੋਸ ਕਰਵਾਉਣਾ ਪੈਂਦਾ ਹੈ ਰਜਿਸਟਰ ਕਰਵਾਉਣਾ ਪੈਂਦਾ ਹੈ ਤਾਂ ਕਿ ਉਹ ਇੰਡੀਆ ਵਿੱਚ ਆ ਕੇ ਵੀ ਪਾਵਰ ਆਫ ਅਟਾਰਨੀ ਵੈਲਿਡ ਹੋ ਜਾਏ। ਤੇ ਐਮਬੋਸਮੈਂਟ ਦਾ ਕੀ ਪ੍ਰੋਸੀਜਰ ਹੋਏਗਾ? ਦੇਖੋ ਜਦੋਂ ਤੁਸੀਂ ਕੋਈ ਪਾਵਰ ਆਫ ਅਟਾਰਨੀ ਰਿਸੀਵ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਨਾਲ ਇੱਕ ਗਵਾਹ ਲੈ ਕੇ DC ਆਫਿਸ ਜਾਂ ਡਿਵੀਜ਼ਨਲ ਮੈਜਿਸਟ੍ਰੇਟ ਦੇ ਆਫਿਸ ਵਿੱਚ ਜਾਣਾ ਪੈਂਦਾ ਹੈ। ਉੱਥੇ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਸਬਮਿਟ ਕਰਦੇ ਹੋ ਔਰ ਉਸ ਡਾਕੂਮੈਂਟ ਤੋਂ ਬਾਅਦ ਜੋ ਵੀ ਗਵਰਨਮੈਂਟ ਫੀਸ ਹੁੰਦੀ ਹੈ ਕੁਛ ਇੱਕ ਸਟੈਂਪ ਡਿਊਟੀ ਜਾਂ ਗਵਰਨਮੈਂਟ ਫੀਸ ਹੁੰਦੀ ਉਸ ਨੂੰ ਪੇ ਕਰਕੇ ਤੁਸੀਂ ਉਹਨੂੰ ਐਮਬੋਸ ਕਰਵਾ ਸਕਦੇ ਹੋ। ਜੀ। ਐਮਬੋਸ ਕਰਨ ਤੋਂ ਬਾਅਦ ਉਹ ਤੁਹਾਡੀ ਪਾਵਰ ਆਫ ਅਟਾਰਨੀ ਇੰਡੀਆ ਦੇ ਰੂਲਸ ਦੇ ਅਕੋਰਡਿੰਗਲੀ ਵੈਲਿਡ ਹੋ ਜਾਂਦੀ ਹੈ। ਤੁਸੀਂ ਫਰਦਰ ਉਹ ਜਿਸ ਪਰਪਸ ਲਈ ਮੰਗਾਈ ਹੈ ਉਸ ਪਰਪਸ ਲਈ ਉਸ ਨੂੰ ਪ੍ਰੋਸੀਡ ਕਰ ਸਕਦੇ ਹੋ। ਤੇ ਕਈ ਵਾਰੀ ਵਕੀਲ ਸਾਹਿਬ ਇਹ ਵੀ ਦੇਖਣ ਨੂੰ ਆਉਂਦਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ
ਬੈਠੇ ਨੇ ਸਾਡੇ NRI ਵੀਰ ਭਰਾ, ਸਾਡੇ ਦੋਸਤ ਉੱਥੇ ਬੈਠੇ ਨੇ, ਤੇ ਪ੍ਰੋਪਰਟੀਜ਼ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਿਉਂਕਿ ਜਾਇਦਾਦ ਸੰਬੰਧੀ ਅਸੀਂ ਗੱਲ ਕਰ ਰਹੇ ਹਾਂ ਕਾਨੂੰਨਾਂ ਦੀ, ਤੇ ਭਾਰਤ ਦੇ ਵਿੱਚ ਬਹੁਤ ਪ੍ਰੋਪਰਟੀਜ਼ ਹੁੰਦੀ ਨੇ, ਪਰ ਅਨਫਾਰਚੂਨੇਟਲੀ ਕਈ ਵਾਰੀ ਕਿਸੇ ਦੀ ਡੈਥ ਹੋ ਜਾਂਦੀ ਹੈ ਬਾਹਰਲੀ ਕੰਟਰੀ ਦੇ ਵਿੱਚ, ਤੇ ਜਿਹੜੀ ਇੱਧਰ ਪ੍ਰੋਪਰਟੀਜ਼ ਨੇ ਉਸ ਦੇ ਰਿਗਾਰਡਿੰਗ ਮਤਲਬ ਕਿ ਕੀ ਕਾਨੂੰਨ ਕੀ ਕਹਿ ਰਿਹਾ ਹੈ? ਦੇਖੋ, ਇੰਡੀਅਨ ਕਾਨੂੰਨ ਇਸ ਚੀਜ਼ 'ਤੇ ਬੜਾ ਹੀ ਕਲੀਅਰ ਹੈ ਕਿ ਤੁਸੀਂ ਆਪਣੀ ਕਿਸੇ ਵੀ ਪ੍ਰੋਪਰਟੀ ਨੂੰ ਲੈ ਕੇ ਜਿਹੜੀ ਤੁਹਾਡੇ ਨਾਮ 'ਤੇ ਹੈ ਉਹਨੂੰ ਲੈ ਕੇ ਤੁਸੀਂ ਵਿਲ ਬਣਾ ਸਕਦੇ ਹੋ, ਵਸੀਅਤ ਕਰ ਸਕਦੇ ਹੋ। ਈਵਨ ਇੰਡੀਅਨ ਰਜਿਸਟ੍ਰੇਸ਼ਨ ਐਕਟ ਪ੍ਰੋਵਾਈਡ ਕਰਦਾ ਹੈ ਕਿ ਅਗਰ ਕੋਈ ਪਰਸਨ ਆਪਣੀ ਕਿਸੇ ਪ੍ਰੋਪਰਟੀ ਦੀ ਵਸੀਅਤ ਬਣਾਉਂਦਾ ਹੈ ਔਰ ਉਹ ਰਜਿਸਟਰ ਕਰਾਉਣ ਤੋਂ ਪਹਿਲੇ ਉਸ ਦੀ ਮੌਤ ਹੋ ਜਾਂਦੀ ਹੈ ਜੀ, ਤਾਂ ਉਸ ਵਸੀਅਤ ਵਿੱਚ ਜੋ 2 ਗਵਾਹ ਪਾਏ ਜਾਂਦੇ ਹਨ, ਅੱਛਾ ਜੀ, ਉਹ ਦੋਨੋਂ ਪਰਸਨ ਪਲੱਸ ਜਿਸ ਦੇ ਨਾਮ ਤੇ ਵਸੀਅਤ ਕੀਤੀ ਗਈ ਹੈ, ਜਿਹਨੂੰ ਅਸੀਂ ਬੈਨੀਫੀਸ਼ੀਅਰੀ ਕਹਿੰਦੇ ਹਾਂ, ਉਹ ਰਜਿਸਟਰਾਰ ਕੋਲ ਪੇਸ਼ ਹੋ ਕੇ ਉਹਨੂੰ ਰਜਿਸਟਰ ਕਰਵਾ ਸਕਦੇ ਹਨ। ਅੱਛਾ ਜੀ, ਤਾਂ ਕਿ ਉਸ ਪ੍ਰੋਪਰਟੀ ਤੇ ਬਾਅਦ ਚ ਉਹ ਆਪਣਾ ਕਬਜ਼ਾ ਲੈ ਸਕਣ ਜਾਂ ਜੋ ਵੀ ਵਸੀਅਤ ਵਿੱਚ ਉਹਨੂੰ ਮਿਲਿਆ ਹੈ ਉਹਨੂੰ ਉਹ ਲੈ ਸਕਣ। ਅੱਛਾ ਜੀ, ਇਸ ਲਈ ਵਿਲ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੈ। ਅੱਛਾ ਜੀ, ਰਜਿਸਟਰ ਦੇਖੋ, ਰਜਿਸਟ੍ਰੇਸ਼ਨ ਫੋਰਨ ਵਿੱਚ ਵੀ ਕੀਤੀ ਜਾ ਸਕਦੀ ਹੈ, ਪਰ ਕਈ ਵਾਰੀ ਟੈਕਨੀਕਲ ਪ੍ਰੋਬਲਮਸ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਿ ਇੰਡੀਅਨ ਗਵਰਨਮੈਂਟ ਉੱਥੇ ਦੇ ਕਈ ਹਰ ਇੱਕ ਡਾਕੂਮੈਂਟ ਨੂੰ ਇੱਥੇ ਵੈਲਿਡ ਨਹੀਂ ਕਰਦੀ। ਇਸ ਲਈ ਬੈਸਟ ਇਹੀ ਹੋ ਜਾਂਦਾ ਹੈ ਕਿ ਜੇ ਤੁਸੀਂ ਇੰਡੀਆ 'ਚ ਆਉਂਦੇ ਹੋ ਤਾਂ ਆਪਣੀ ਵਿਲ ਨੂੰ ਇੱਥੇ ਬਣਾ ਕੇ ਜਾਓ, ਕਿਉਂਕਿ ਪ੍ਰੋਪਰਟੀ ਤੁਹਾਡੀ ਇੰਡੀਆ ਵਿੱਚ ਫਾਲਸ ਕਰਦੀ ਹੈ। ਰਜਿਸਟ੍ਰੇਸ਼ਨ ਉਹਦਾ ਜਿਹੜਾ ਅਫਸਰ ਹੈ ਉਹ ਤੁਹਾਡੇ ਏਰੀਆ ਦਾ ਹੋਏਗਾ ਔਰ ਅਗਰ ਉਹਨੂੰ ਉੱਥੇ ਹੀ ਰਜਿਸਟਰ ਕਰਵਾਇਆ ਜਾਏਗਾ ਤਾਂ ਉਸ ਵਿਲ ਨੂੰ ਲੈ ਕੇ ਕੱਲ ਨੂੰ ਤੁਹਾਨੂੰ ਜਿਹੜੀਆਂ ਪ੍ਰੋਬਲਮਸ ਆਮ ਜਨਤਾ ਨੂੰ ਫੇਸ ਕਰਨੀ ਪੈਂਦੀ ਉਹ ਫੇਸ ਨਹੀਂ ਕਰਨੀਆਂ ਪੈਣਗੀਆਂ। ਮਤਲਬ ਲੀਗਲ ਇਸ਼ੂਜ਼ ਤੋਂ ਅਸੀਂ ਬਚ ਸਕਦੇ ਹਾਂ, ਲੀਗਲ ਇਸ਼ੂ ਤੋਂ ਬਚਿਆ ਜਾ ਸਕਦਾ ਹੈ। ਜੀ ਦੋਸਤੋ, NRI ਇਸ਼ੂ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਜਾਇਦਾਦ ਸੰਬੰਧੀ ਕਾਨੂੰਨ ਦੀ, ਉਹ ਜਾਇਦਾਦ ਜੋ ਸਾਡੇ NRI ਭਰਾਵਾਂ ਵੀਰਾਂ ਦੋਸਤਾਂ ਦੀ ਹੈ ਜੋ ਬਾਹਰ ਬੈਠੇ ਨੇ ਤੇ ਭਾਰਤ ਦੇ ਵਿੱਚ ਜਿਨ੍ਹਾਂ ਦੀ ਜਾਇਦਾਦ ਹੈ, ਤੇ ਇਸ ਦੇ ਰਿਗਾਰਡਿੰਗ ਅਸੀਂ ਗੱਲਬਾਤ ਐਡਵੋਕੇਟ ਵਿਕਾਸ ਅਰੋੜਾ ਜੀ ਦੇ ਨਾਲ ਕਰ ਰਹੇ ਹਾਂ। ਉਹ ਸਾਨੂੰ ਵਿਚਾਰ, ਆਪਣੀ ਸਲਾਹ ਮਸ਼ਵਰੇ ਦੇ ਰਹੇ ਨੇ, ਕਾਨੂੰਨੀ ਸਲਾਹ ਸਾਨੂੰ ਦਿੱਤੀ ਜਾ ਰਹੀ ਹੈ, ਤੇ ਆਸ ਹੈ ਦੋਸਤ ਵੀ ਇਸ ਨੂੰ ਪਸੰਦ ਕਰ ਰਹੇ ਹੋਣਗੇ। ਇੱਕ ਵਕੀਲ ਸਾਹਿਬ, ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਕੋਈ ਪ੍ਰਾਪਰਟੀ ਇੰਡੀਆ ਦੇ ਕਿਸੇ ਖੇਤਰ ਦੇ ਵਿੱਚ ਪੈਂਦੀ ਹੈ, ਕੋਈ ਪੰਜਾਬ ਦੇ ਵਿੱਚ ਹੈ, ਕੋਈ ਗੁਜਰਾਤ ਦੇ ਵਿੱਚ ਹੈ, ਜਾਂ ਪੰਜਾਬ ਨੂੰ ਹੀ ਲੈ ਲਓ, ਪੰਜਾਬ 'ਚ ਕਿਤੇ ਅੰਮ੍ਰਿਤਸਰ ਦੇ ਵਿੱਚ ਹੈ, ਕਿਤੇ ਜਲੰਧਰ ਦੇ ਵਿੱਚ ਹੈ, ਕਿਤੇ ਲੁਧਿਆਣੇ ਦੇ ਵਿੱਚ ਹੈ, ਤੇ ਕੇਸ ਮਤਲਬ ਕਿਸ ਤਰ੍ਹਾਂ ਫਾਈਲ ਕੀਤੇ ਜਾ ਸਕਦੇ ਹਨ? ਕਈ ਵਾਰੀ ਕੀ ਹੁੰਦਾ ਹੈ ਕਿ ਪਾਵਰ ਆਫ ਅਟਾਰਨੀ ਇੱਕ ਬੰਦੇ ਨੂੰ ਭੇਜ ਦਿੱਤੀ ਜਾਂਦੀ ਹੈ, ਉਹ ਬੰਦਾ ਜਲੰਧਰ ਦੇ ਵਿੱਚ ਰਹਿ ਰਿਹਾ ਹੈ, ਪਰ ਪ੍ਰਾਪਰਟੀ ਲੁਧਿਆਣੇ ਵੀ ਹੈ, ਪ੍ਰਾਪਰਟੀ ਮੁਕਤਸਰ ਵੀ ਹੈ, ਪ੍ਰਾਪਰਟੀ ਅੰਮ੍ਰਿਤਸਰ ਵੀ ਹੈ, ਜਾਂ ਕਿਸੇ ਵੀ ਖੇਤਰ ਦੇ ਵਿੱਚ ਪ੍ਰਾਪਰਟੀ ਹੈ, ਤੇ ਕੇਸ ਕਿੱਥੇ ਲੱਗੇਗਾ? ਇਹ ਸਾਨੂੰ ਕੰਪਲੀਕੇਸ਼ਨ ਦੇਖਣ ਨੂੰ ਮਿਲਦੀਆਂ। ਕੇਸ ਜਿਹੜਾ ਵੀ ਪ੍ਰਾਪਰਟੀ ਦਾ ਕੇਸ ਲਗਾਉਣਾ ਹੈ ਉਹ ਉਸੇ ਏਰੀਆ ਵਿੱਚ ਲੱਗੇਗਾ ਜਿਸ ਏਰੀਆ ਵਿੱਚ ਉਹ ਪ੍ਰਾਪਰਟੀ ਫਾਲਸ ਕਰਦੀ ਹੈ। ਅੱਛਾ ਜੀ, ਜਿਹੜੇ ਵੀ ਏਰੀਆ ਵਿੱਚ, ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਪ੍ਰਾਪਰਟੀ ਅੰਮ੍ਰਿਤਸਰ 'ਚ ਹੈ, ਕੋਈ ਲੁਧਿਆਣੇ ਵਿੱਚ ਹੈ, ਸੋ ਜਿਸ ਏਰੀਆ ਦੇ ਵਿੱਚ ਉਹ ਪ੍ਰਾਪਰਟੀ ਫਾਲਸ ਕਰਦੀ ਹੈ ਉਹਦੀ ਜੁਰੀਡਿਕਸ਼ਨ ਉਸੇ ਕੋਰਟ ਦੀ ਹੋਏਗੀ, ਉਸ ਏਰੀਆ ਦੀ ਜਿਹੜੀ ਕੋਰਟ ਹੋਏਗੀ, ਸਿਵਲ ਜੱਜ ਦੀ ਕੋਰਟ ਹੋਏਗੀ, ਉਸੇ ਕੋਰਟ ਵਿੱਚ ਹੀ ਉਹ ਕੇਸ ਫਾਈਲ ਕੀਤਾ ਜਾਏਗਾ। ਜੀ। ਕੋਈ ਇਹ ਨਹੀਂ ਹੋ ਸਕਦਾ ਵੀ ਪ੍ਰਾਪਰਟੀ ਅੰਮ੍ਰਿਤਸਰ ਹੈ, ਅਟਾਰਨੀ ਅਗਰ ਜਲੰਧਰ ਰਜਿਸਟਰ, ਤੁਸੀਂ ਕੇਸ ਵੀ ਜਲੰਧਰ ਹੀ ਫਾਈਲ ਕਰੋਗੇ। ਅਗਰ ਪ੍ਰਾਪਰਟੀ ਅੰਮ੍ਰਿਤਸਰ 'ਚ ਹੈ ਤਾਂ ਉਹਦਾ ਕੇਸ ਵੀ ਅੰਮ੍ਰਿਤਸਰ ਵਿੱਚ ਹੀ ਫਾਈਲ ਹੋਏਗਾ। ਅੱਛਾ ਜੀ, ਤੇ ਪਾਵਰ ਆਫ ਅਟਾਰਨੀ ਦੀ ਗੱਲ ਕੀਤੀ ਤੁਸੀਂ, ਬਹੁਤ ਵਧੀਆ, ਕਿਉਂਕਿ ਇੱਕ ਕਾਨੂੰਨੀ ਸਲਾਹ ਦੇ ਮੁਤਾਬਕ ਸਭ ਨੂੰ ਬੈਸਟ ਇਹੀ ਹੈ ਕਿ ਰੱਖ ਰਖਾਅ ਲਈ, ਸਾਂਭ ਸੰਭਾਲ ਲਈ ਪਾਵਰ ਆਫ ਅਟਾਰਨੀ ਦਿੱਤੀ ਜਾਵੇ, ਹੈ ਨਾ। ਤੇ ਪਾਵਰ ਆਫ ਅਟਾਰਨੀ ਆਪਾਂ ਦੇ ਦਿੱਤੀ, ਰਜਿਸਟਰ ਵੀ ਹੋ ਗਈ, ਪਰ ਕਈ ਵਾਰੀ ਮਨ ਦੇ ਵਿੱਚ ਖਿਆਲ ਆ ਜਾਂਦਾ ਹੈ ਕਿਉਂ ਨਾ ਮੈਂ ਆਪਣੀ ਪਾਵਰ ਆਫ ਅਟਾਰਨੀ ਕੈਂਸਲ ਹੀ ਕਰਾ ਲਾਂ। ਉਸ ਲਈ ਇੰਡੀਆ ਆਉਣਾ ਪਵੇਗਾ NRI ਵੀਰ ਭਰਾ ਨੂੰ, ਜਾਂ ਕਿਸ ਤਰ੍ਹਾਂ ਉਸ ਦਾ ਕੀ ਪ੍ਰੋਸੀਜਰ ਹੈ? ਜੀ, ਪਾਵਰ ਆਫ ਅਟਾਰਨੀ ਦੇਖੋ, ਪਾਵਰ ਆਫ ਅਟਾਰਨੀ ਕੈਂਸਲ ਕਰਵਾਉਣ ਵਾਸਤੇ ਇੱਕ ਕੈਂਸਲੇਸ਼ਨ ਡੀਡ ਬਣਦੀ ਹੈ। ਅੱਛਾ ਜੀ, ਉਹ ਡੀਡ ਨੂੰ ਉਸੇ ਜਗ੍ਹਾ ਤੇ ਹੀ ਜਾ ਕੇ ਰਜਿਸਟਰ ਕਰਵਾਉਣਾ ਪੈਂਦਾ ਹੈ ਜਿੱਥੇ ਪਾਵਰ ਆਫ ਅਟਾਰਨੀ ਆਲਰੇਡੀ ਰਜਿਸਟਰ ਕੀਤੀ ਜਾਂਦੀ ਹੈ। ਅੱਛਾ ਜੀ, ਉਹ ਰਜਿਸਟਰ ਹੋਣ ਤੋਂ ਬਾਅਦ ਉਸ ਪਾਵਰ ਆਫ ਅਟਾਰਨੀ ਦੀ ਇੱਕ ਕਾਪੀ ਤੁਸੀਂ ਜਿਸ ਬੰਦੇ ਨੂੰ ਅਟਾਰਨੀ ਦਿੱਤੀ ਸੀ ਉਸ ਪਰਸਨ ਨੂੰ, ਪਲੱਸ ਜਿਹੜੇ ਵੀ ਉਸ ਅਟਾਰਨੀ ਦੇ ਵਿੱਚ ਗਵਾਹ ਬਣੇ ਸੀ ਉਸ ਟਾਈਮ ਤੇ, ਉਹਨਾਂ ਨੂੰ ਥਰੂ ਪੋਸਟ ਭੇਜਣੀ ਹੁੰਦੀ ਹੈ। ਅੱਛਾ ਜੀ, ਇਸ ਤੋਂ ਇਲਾਵਾ ਇੱਕ ਪਬਲੀਕੇਸ਼ਨ ਵੀ, ਕਿਸੇ ਵੇਲੇ ਪਬਲੀਕੇਸ਼ਨ ਦਾ ਪ੍ਰੋਸੈਸ ਵੀ ਹੈ ਜਿਹਦੇ ਵਿੱਚ ਕੈਂਸਲੇਸ਼ਨ ਤੋਂ ਬਾਅਦ ਤੁਸੀਂ ਇਨ ਕੇਸ ਤੁਸੀਂ ਨੋਟਿਸ ਭੇਜਿਆ, ਅਗਰ ਕਿਸੇ ਨਹੀਂ ਰਿਸੀਵ ਹੋਇਆ ਤਾਂ ਤੁਸੀਂ ਇੱਕ ਜਰਨਲ ਪਬਲੀਕੇਸ਼ਨ ਕਰਵਾ ਸਕਦੇ ਹੋ ਕਿਸੇ ਨਿਊਜ਼ਪੇਪਰ ਵਿੱਚ। ਅੱਛਾ ਜੀ, ਇਹ ਪਾਵਰ ਆਫ ਅਟਾਰਨੀ ਜਿਹੜੀ ਇਸ ਟਾਈਮ ਤੇ ਇਸ ਪਰਸਨ ਨੇ ਦੂਸਰੇ ਪਰਸਨ ਨੂੰ ਦਿੱਤੀ ਸੀ, ਉਹਨੂੰ ਅੱਜ ਅਸੀਂ ਕੈਂਸਲ ਕਰ ਰਹੇ ਹਾਂ। ਫਰਦਰ ਇਹਦੇ ਕੋਲ ਇਸ ਪ੍ਰਾਪਰਟੀ ਨੂੰ ਲੈ ਕੇ ਜਿਸ ਪਰਪਸ ਲਈ ਪਾਵਰ ਆਫ ਅਟਾਰਨੀ ਦਿੱਤੀ ਸੀ ਕੋਈ ਰਾਈਟ ਨਹੀਂ ਹੈ। ਅੱਛਾ ਜੀ, ਤੇ ਜੇ ਮੈਂ ਇਹੀ ਸਵਾਲ ਵਸੀਅਤ ਦੇ ਬਾਬਤ ਪੁੱਛਾਂ, ਜਿਸ ਤਰ੍ਹਾਂ ਬਾਹਰ ਬੈਠੇ ਮੇਰੇ ਵੀਰ ਭਰਾ ਕਈ ਵਸੀਅਤ ਕਰ ਦਿੰਦੇ ਨੇ, ਤੇ ਪ੍ਰਾਪਰਟੀ ਇੰਡੀਆ ਦੇ ਵਿੱਚ ਹੁੰਦੀ ਹੈ, ਫਾਦਰ ਬਾਹਰ ਬੈਠਾ ਹੈ ਤਾਂ ਬੱਚੇ ਇੰਡੀਆ ਦੇ ਵਿੱਚ ਬੈਠੇ ਨੇ, ਬੱਚਿਆਂ ਦੇ ਨਾਂ ਤੇ ਵਸੀਅਤ ਰਜਿਸਟਰ ਹੋਈ ਹੈ, ਕੀ ਉਹ ਵਸੀਅਤ ਵੀ ਕੈਂਸਲ ਹੋ ਸਕਦੀ ਹੈ? ਉਸ ਲਈ ਫਾਦਰ ਨੂੰ ਇੰਡੀਆ ਆਉਣਾ ਪਏਗਾ ਜਾਂ? ਜੀ ਬਿਲਕੁਲ, ਵਸੀਅਤ ਵੀ ਕੈਂਸਲ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਅਸੀਂ ਵਸੀਅਤ, ਆਪਣੀ ਇੱਕ ਵਸੀਅਤ ਰਜਿਸਟਰਡ ਕਰਵਾਉਂਦੇ ਹਾਂ, ਬਿਲਕੁਲ ਉਹੀ ਸੇਮ ਪ੍ਰੋਸੈਸ ਹੈ, ਉਸ ਵਸੀਅਤ ਨੂੰ ਵੀ ਕੈਂਸਲ ਕੀਤਾ ਜਾ ਸਕਦਾ ਹੈ। ਅਗਰ ਲੱਗਦਾ ਹੈ ਕਿ ਮੈਂ ਇਸ ਤੋਂ ਬਾਅਦ ਅਗਲੀ ਕੋਈ ਹੋਰ ਵਸੀਅਤ ਬਣਾਉਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਮੈਂ ਪਹਿਲੇ ਇੱਕ ਵਸੀਅਤ ਬਣਾਈ, ਆਪਣੇ 2 ਬੱਚਿਆਂ ਦੇ ਨਾਮ ਤੇ ਆਪਣੀ ਪ੍ਰਾਪਰਟੀ ਕਰਤੀ,
ਹੁਣ ਮਨ ਲੱਗ ਰਿਹਾ ਹੈ ਕਿ ਮੇਰੇ ਇਹ 2 ਬੱਚੇ ਮੇਰੇ ਲਈ ਠੀਕ ਨਹੀਂ ਹੈ ਜਾਂ ਮੇਰਾ ਨਹੀਂ ਖਿਆਲ ਰੱਖਦੇ, ਮੈਂ ਆਪਣੀ ਪ੍ਰਾਪਰਟੀ ਬਣਾ ਕੇ ਆਪਣੀ ਬੇਟੀ ਦੇ ਨਾਮ ਤੇ ਕਰਨਾ ਚਾਹੁੰਦਾ, ਆਪਣੀ ਵਸੀਅਤ ਬਣਾ ਕੇ, ਤਾਂ ਤੁਸੀਂ ਇੱਕ ਸੈਕੰਡ ਵਿਲ ਜਿਹਨੂੰ ਅਸੀਂ ਕਹਿੰਦੇ ਆ, ਦੂਸਰੀ ਵਸੀਅਤ ਬਣਾ ਸਕਦੇ ਹੋ। ਅੱਛਾ ਜੀ। ਉਹ ਵਸੀਅਤ ਦੂਸਰੇ ਦੇ ਨਾਮ ਤੇ ਰਜਿਸਟਰਡ ਕਰਵਾ ਸਕਦੇ ਹੋ। ਅੱਛਾ ਜੀ। ਜਦੋਂ ਰਜਿਸਟਰ ਕਰਵਾਓਗੇ ਉਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਵੀ ਹੋ ਜਾਂਦਾ ਹੈ ਕਿ ਜਿਹੜੀ ਮੈਂ ਪਹਿਲੀ ਵਸੀਅਤ ਆਪਣੇ ਬੱਚਿਆਂ ਦੇ ਲਈ ਬਣਾਈ ਸੀਗੀ, ਇਹਨਾਂ 2 ਬੇਟਿਆਂ ਲਈ ਬਣਾਈ ਸੀ, ਉਹਨੂੰ ਮੈਂ ਕੈਂਸਲ ਕਰ ਰਿਹਾ ਹਾਂ ਤੇ ਦੂਸਰੀ ਵਸੀਅਤ ਹੀ ਮੇਰੀ ਆਖਰੀ ਵਸੀਅਤ ਹੈ। ਅੱਛਾ ਜੀ। ਤੇ ਇਸ ਨੂੰ ਹੀ ਰਜਿਸਟਰ ਕੀਤਾ ਜਾਏ, ਉਹ ਫਿਰ ਸੈਕੰਡ ਵਿਲ ਤੁਹਾਡੀ ਰਜਿਸਟਰਡ ਹੋ ਜਾਂਦੀ ਹੈ ਜੀ, ਔਰ ਉਸ ਬੇਸ ਤੇ ਤੁਹਾਡੀ ਵਿਲ ਜਿਹੜੀ ਪਹਿਲੀ ਹੁੰਦੀ ਹੈ ਉਹ ਕੈਂਸਲ ਹੋ ਜਾਂਦੀ ਹੈ। ਤੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਮੈਂ ਫਿਰ ਆਉਣਾ ਹਾਂ। ਧੋਖਾਧੜੀ ਜਦੋਂ ਕ੍ਰਿਮੀਨਲ ਲਾ ਦੀ ਗੱਲ ਆ ਜਾਂਦੀ ਹੈ ਨਾ, ਅਕਸਰ ਮਨਾਂ ਵਿੱਚ ਇਹੀ ਹੁੰਦਾ ਹੈ, ਸਾਡੇ ਦੋਸਤ ਸੂਝਵਾਨ ਨੇ, ਦਰਸ਼ਕ ਵੀ ਸੂਝਵਾਨ ਨੇ ਆਮ, ਕਿਉਂਕਿ ਹਰ ਕੋਈ ਥੋੜ੍ਹਾ ਬਹੁਤਾ ਅਵੇਅਰ ਹੁੰਦਾ ਹੀ ਹੈ ਨਾ, ਤੇ ਅਵੇਅਰਨੈਸ ਜ਼ਰੂਰੀ ਵੀ ਹੈ। ਥੋੜ੍ਹਾ ਬਹੁਤਾ ਦੀ ਜ਼ਿਆਦਾ ਮੈਂ ਤਾਂ ਕਹਿੰਦਾ ਪੂਰਾ ਅਵੇਅਰਨੈਸ ਚਾਹੀਦੀ ਹੈ, ਕਮ ਸੇ ਕਮ ਆਪਣੇ ਦੇਸ਼ ਦੇ ਲਾ ਪ੍ਰਤੀ ਤੇ ਸਾਨੂੰ ਨੌਲੇਜ ਹੋਵੇ। ਬਿਲਕੁਲ ਜੀ। ਤੇ ਅਵੇਅਰਨੈਸ ਤੋਂ ਲੈ ਕੇ ਮੇਰੇ ਦਿਮਾਗ ਦੇ ਵਿੱਚ ਇਹੀ ਗੱਲ ਆ ਰਹੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਕ੍ਰਿਮੀਨਲ ਲਾ ਦੇ ਬਾਬਤ ਇਹ ਮਨ ਦੇ ਵਿੱਚ ਵਿਚਾਰ ਹੁੰਦਾ ਹੈ, ਕਿਉਂਕਿ ਸਿਵਲ ਲਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਿਵਲ ਲਾ ਦੇ ਵਿੱਚ ਸਿਰਫ ਉਹੀ ਕੇਸ ਕਰ ਸਕਦਾ ਹੈ ਜਿਸ ਦੇ ਨਾਲ ਕੋਈ ਧੱਕਾ ਹੋਇਆ, ਪਰ ਕ੍ਰਿਮੀਨਲ ਲਾ ਦੇ ਮੁਤਾਬਕ ਦੱਸੋ ਵੀ ਜਿਸ ਦੇ ਨਾਲ ਕੋਈ ਧੱਕਾ ਹੋਇਆ ਉਹੀ ਕੇਸ ਕਰ ਸਕਦਾ ਜਾਂ ਕੋਈ ਥਰਡ ਪਰਸਨ ਵੀ ਕੰਪਲੇਂਟ ਕਰ ਸਕਦਾ, ਇਸ ਤਰ੍ਹਾਂ ਦੀਆਂ ਗੱਲਾਂ? ਜੀ ਬਿਲਕੁਲ ਕਰ ਸਕਦੇ। ਦੇਖੋ ਅੱਜ ਕੱਲ੍ਹ ਤਾਂ ਕ੍ਰਿਮੀਨਲ ਅਫੈਂਸ ਬਹੁਤ ਹੋ ਰਿਹਾ, ਲੋਕ NRI ਆਉਂਦੇ ਆ, ਵਿਆਹ ਹੁੰਦੇ ਆ, ਬਟ ਬਾਅਦ 'ਚੋਂ ਕੋਈ ਝਗੜਾ ਹੋ ਜਾਂਦਾ ਹੈ, ਜੇ NRI ਵਾਪਸ ਚਲਾ ਗਿਆ ਤਾਂ ਇੱਥੇ ਦੇ ਲੋਕ ਉਹਨਾਂ 'ਤੇ ਝੂਠਾ ਕੇਸ ਬਣਾ ਕੇ ਕੋਈ ਫਾਈਲ ਕਰ ਦਿੰਦੇ ਹਨ। ਦੇਖੋ ਇਹਨਾਂ ਕੇਸਾਂ ਵਿੱਚ 2 ਚੀਜ਼ਾਂ ਆਉਂਦੀਆਂ ਹਨ। ਇੱਕ ਤਾਂ ਤੁਹਾਡਾ ਕੋਈ ਵੀ ਥਰਡ ਪਰਸਨ ਕੋਈ ਰਿਲੇਟਿਵ ਹੈ ਇੱਥੇ, ਉਹ ਤੁਹਾਡੇ ਬਿਹਾਫ ਤੇ ਅਗਰ ਕੋਈ ਕੰਪਲੇਂਟ ਕਿਸੇ ਨੇ ਪੁਲਿਸ ਸਟੇਸ਼ਨ 'ਚ ਕੀਤੀ ਹੈ ਤਾਂ ਉਹਨੂੰ ਅੱਗੇ ਹੋ ਕੇ ਕੰਟੈਸਟ ਕਰ ਸਕਦਾ ਹੈ। ਅੱਛਾ ਜੀ। ਦੂਸਰਾ ਇਹ ਹੈ ਕਿ ਜੇ ਤੁਹਾਡੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਧੱਕਾ ਹੋ ਰਿਹਾ ਹੈ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਇਹ NRI ਸੈੱਲ ਬਣੇ ਨੇ, NRI ਕਮਿਸ਼ਨਸ ਨੇ, ਤੁਸੀਂ ਆਪਣੀ ਇੱਕ ਸੈਪਰੇਟ ਕੰਪਲੇਂਟ ਫਾਈਲ ਕਰ ਸਕਦੇ ਹੋ। ਅੱਛਾ ਜੀ। ਜਿਸ ਕੰਪਲੇਂਟ ਤੇ NRI ਸੈੱਲ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਫਰਦਰ ਪ੍ਰੋਸੀਡ ਕਰਦੇ ਹਨ ਤੇ ਤੁਹਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਉਸ ਤੋਂ ਬਚਿਆ ਜਾ ਸਕਦਾ ਹੈ। ਮਤਲਬ ਜੇ ਕਿਸੇ ਸਿੰਗਲ ਪਰਸਨ ਨਾਲ ਧੱਕਾ ਹੁੰਦਾ ਹੈ ਤਾਂ ਕੋਈ ਉਸ ਦਾ ਰਿਲੇਟਿਵ ਵੀ ਮਤਲਬ ਕਿ ਦਰਖਾਸਤ ਦੇ ਕੇ ਕਾਰਵਾਈ ਕਰਾ ਸਕਦਾ ਹੈ। ਬਿਲਕੁਲ, ਉਹਦੇ ਹੱਕ ਵਿੱਚ ਜਾਂ ਦੂਸਰੀ ਪਾਰਟੀ ਅਗੇਂਸਟ ਵਿੱਚ ਤੁਸੀਂ ਉਹਦੇ ਅਗੇਂਸਟ ਕੰਪਲੇਂਟ ਮੂਵ ਕਰ ਸਕਦੇ ਹੋ। ਅੱਛਾ ਜੀ। ਤੇ NRI ਇਸ਼ੂ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਇਹ ਜਾਇਦਾਦ ਸੰਬੰਧੀ ਕਾਨੂੰਨ, ਉਹ ਜਾਇਦਾਦ ਜੋ ਸਾਡੇ NRI ਵੀਰ ਭਰਾਵਾਂ ਦੋਸਤਾਂ ਦੀ ਭਾਰਤ ਦੇ ਵਿੱਚ ਹੈ। ਤੇ ਜਾਣ ਤੋਂ ਪਹਿਲਾਂ, ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ, ਪਰ ਜਾਣ ਤੋਂ ਪਹਿਲਾਂ ਮੈਂ ਵਕੀਲ ਸਾਹਿਬ ਤੁਹਾਡੇ ਕੋਲੋਂ ਇੱਕ ਸੰਦੇਸ਼ ਜ਼ਰੂਰ ਲੈਣਾ ਚਾਹਾਂਗਾ ਕਿ ਕੈਸੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਲੋਕ ਇੱਧਰ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਕੀਤੀ ਹੈ ਜਾਂ ਜਿਨ੍ਹਾਂ ਦੀਆਂ ਜਾਇਦਾਦਾਂ ਨੇ ਜੋ ਭਾਰਤ ਤੋਂ ਬਾਹਰ ਕਿਸੇ ਫੋਰਨ ਕੰਟਰੀ ਦੇ ਵਿੱਚ ਜਾ ਰਹੇ ਨੇ। ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਇਹੀ ਕਹੂੰਗਾ ਕਿ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੀ ਪ੍ਰਾਪਰਟੀ ਦਾ ਇੱਕ ਕੇਅਰ ਟੇਕਰ ਜ਼ਰੂਰ ਅਪਾਇੰਟ ਕਰਕੇ ਜਾਓ, ਉਹਨੂੰ ਆਪਣੀ ਇੱਕ ਪਾਵਰ ਆਫ ਟਰਨੀ ਜ਼ਰੂਰ ਦੇ ਕੇ ਜਾਓ ਜੀ। ਜਿਸ ਪਰਪਸ ਲਈ ਵੀ ਤੁਸੀਂ ਚਾਹੋ, ਤੁਹਾਨੂੰ ਅਗਰ ਲੱਗਦਾ ਹੈ ਕਿ ਕੱਲ੍ਹ ਨੂੰ ਪ੍ਰਾਪਰਟੀ ਵੇਚਣੀ ਪੈ ਸਕਦੀ ਹੈ ਤਾਂ ਉਸਦੇ ਰਾਈਟ ਦਿਓ ਉਹਨੂੰ, ਅਗਰ ਲੱਗਦਾ ਹੈ ਕਿ ਸਿਰਫ ਟੇਕ ਕੇਅਰ ਕਰਨੀ ਹੈ ਤਾਂ ਟੇਕ ਕੇਅਰ ਦੇ ਰਾਈਟ ਦੇ ਕੇ ਜਾਓ ਜੀ। ਦੂਸਰੀ ਚੀਜ਼, ਜਦੋਂ ਤੁਸੀਂ ਕੋਈ ਪ੍ਰਾਪਰਟੀ ਲੈਂਦੇ ਹੋ ਤਾਂ ਉਹਦੀ ਪ੍ਰੀਵੀਅਸ ਓਨਰਸ਼ਿਪ ਜ਼ਰੂਰ ਕਨਫਰਮ ਕਰੋ ਕਿ ਜਿਸ ਕੋਲ ਲੈ ਰਹੇ ਹਾਂ ਕਿ ਉਹ ਪ੍ਰੋਪਰ ਓਨਰ ਹੈ, ਔਰ ਉਸ ਤੋਂ ਬਾਅਦ ਉਹਨੂੰ ਪ੍ਰੋਪਰ ਵੇ ਨਾਲ ਆਪਣੇ ਨਾਮ ਤੇ ਰਜਿਸਟਰ ਆਫਿਸ ਜਾ ਕੇ ਰਜਿਸਟਰ ਕਰਵਾਓ ਜੀ। ਕਈ ਲੋਕ ਕੀ ਕਰਦੇ ਆ, ਪ੍ਰਾਪਰਟੀ ਰਜਿਸਟਰ ਹੋ ਜਾਂਦੀ ਹੈ, ਸੇਲ ਡੀਡ ਆ ਜਾਂਦੀ ਹੈ, ਕਹਿੰਦੇ ਕਿ ਟਾਈਟਲ ਡੀਡ ਆ ਗਈ ਨਾ, ਉਹ ਵੀ ਆਰ ਦੀ ਓਨਰ, ਅਸੀਂ ਮਾਲਕ ਬਣ ਗਏ ਹਾਂ, ਬਟ ਉਹ ਇਹ ਚੀਜ਼ ਭੁੱਲ ਜਾਂਦੇ ਕਿ ਇਹਦੇ ਨਾਲ ਨਾਲ ਇੱਕ ਰੈਵਨਿਊ ਰਿਕਾਰਡ ਹੈ, ਉਸ ਰੈਵਨਿਊ ਰਿਕਾਰਡ ਵਿੱਚ ਵੀ ਅਪਡੇਸ਼ਨ ਜ਼ਰੂਰੀ ਹੈ, ਤੁਹਾਡਾ ਨਾਮ ਮਾਲਕੀ ਦੇ ਖਾਨੇ ਵਿੱਚ ਆਉਣਾ ਜ਼ਰੂਰੀ ਹੈ। ਜਦੋਂ ਤੁਹਾਡੇ ਦੋਨੋਂ ਕੰਮ ਹੋ ਜਾਂਦੇ ਹੈ ਤਾਂ ਤੁਹਾਡੀ ਪ੍ਰਾਪਰਟੀ ਸੇਫ ਹੋ ਜਾਂਦੀ ਹੈ। ਕੱਲ੍ਹ ਨੂੰ ਤੁਹਾਡੀ ਪ੍ਰਾਪਰਟੀ 'ਤੇ ਕੋਈ ਕਬਜ਼ਾ ਕਰੇ ਵੀ ਤਾਂ ਉਹ ਪ੍ਰਾਪਰਟੀ ਦਾ ਮਾਲਕਾਨਾ ਹੱਕ ਨਹੀਂ ਲੈ ਸਕਦਾ। ਤੀਸਰੀ ਚੀਜ਼, ਜੇ ਅਸੀਂ ਕੋਈ ਪਾਵਰ ਆਫ ਅਟਾਰਨੀ ਕਿਸੇ ਨੂੰ ਦਿੰਦੇ ਵੀ ਹਾਂ ਤਾਂ ਉਹ ਕਿਸੇ ਟਾਈਮ 'ਤੇ ਵੀ ਰਿਵੋਕ ਕੀਤੀ ਜਾ ਸਕਦੀ ਹੈ, ਕੈਂਸਲ ਕੀਤੀ ਜਾ ਸਕਦੀ ਹੈ। ਇਸ ਲਈ ਜੇ ਕਦੀ ਵੀ ਲੱਗੇ ਕਿ ਅਸੀਂ ਕਿਸੇ ਗਲਤ ਪਰਸਨ ਨੂੰ ਅਟਾਰਨੀ ਦੇਤੀ ਹੈ ਤਾਂ ਉਸ ਪਾਵਰ ਆਫ ਅਟਾਰਨੀ ਨੂੰ ਕੈਂਸਲ ਕਰਵਾ ਕੇ ਤੁਸੀਂ ਆਪਣੀ ਮਨ ਦੀ ਚਿੰਤਾ ਦੂਰ ਕਰ ਸਕਦੇ ਹੋ। ਤੇ NRI ਇਸ਼ੂ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕੀਤੀ ਜਾਇਦਾਦ ਸੰਬੰਧੀ ਕਾਨੂੰਨਾਂ ਦੀ। ਉਹ ਜਾਇਦਾਦ ਜੋ ਸਾਡੇ NRI ਵੀਰ ਭਰਾਵਾਂ ਦੋਸਤਾਂ ਦੀ ਭਾਰਤ ਦੇ ਵਿੱਚ ਹੈ ਅਤੇ ਉਹ ਫੋਰਨ ਕੰਟਰੀਜ਼ ਦੇ ਵਿੱਚ ਰਹਿ ਰਹੇ ਨੇ, ਇਹੀ ਸਲਾਹ ਮਸ਼ਵਰਾ ਦੇਵਾਂਗੇ ਕਿ ਆਪਣੀ ਜਾਇਦਾਦ ਦੇ ਪ੍ਰਤੀ ਸੁਚੇਤ ਰਹੋ ਅਤੇ ਹਰ ਤਰ੍ਹਾਂ ਦਾ ਹੱਕ ਹਕੂਕ ਰੱਖਦੇ ਹੋਏ ਜੇ ਅਸੀਂ ਕਿਸੇ ਨੂੰ ਪਾਵਰ ਆਫ ਅਟਾਰਨੀ ਦੇ ਸਕਦੇ ਹਾਂ ਜਾਂ ਕਿਸੇ ਕੇਅਰ ਟੇਕਰ ਕਿਸੇ ਨੂੰ ਅਪਾਇੰਟ ਕਰ ਸਕਦੇ ਹਾਂ ਤੇ ਹਰ ਤਰ੍ਹਾਂ ਦੀ ਕਾਨੂੰਨੀ ਸਲਾਹ ਮਸ਼ਵਰਾ ਲੈ ਕੇ ਹੀ ਆਪਣੀ ਪ੍ਰਾਪਰਟੀ ਨੂੰ ਛੱਡ ਕੇ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਛੱਡ ਕੇ ਜਾਣਾ ਚਾਹੀਦਾ ਹੈ ਕਿ ਇਹ ਨਾ ਹੋਵੇ ਅਸੀਂ ਆਪਣੀ ਪ੍ਰਾਪਰਟੀ ਨੂੰ ਭੁੱਲ ਕੇ ਹੀ ਬੈਠ ਜਾਈਏ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਤੋਂ ਕਾਫੀ ਲਾਹਾ ਖੱਟਿਆ ਹੋਵੇਗਾ। ਮੈਨੂੰ ਤੇ ਨਾਲ ਮੇਰੇ ਐਡਵੋਕੇਟ ਵਿਕਾਸ ਅਰੋੜਾ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ। ਧੰਨਵਾਦ।